ਤਤ ਉਦਾਹਰਣ ਹੈ। ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ। ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬੁਝਾਇਓ। ਚੌਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ੍ਰੀ ਗੁਰੂ ਨਾਨਕ ਆਸ਼ਰਮ ਕੁਟੀਆ ਸਾਹਿਬ ਬ੍ਰਹਮ ਵੇਤੇ ਮਹਾਤਮਾ ਸੰਤ ਬਾਬਾ ਸੁਖਦੇਵ ਸਿੰਘ ਜੀ ਹੁਣਾਂ ਦੇ ਸਥਾਨ ਉੱਪਰ ਆਪ ਸਰਬੱਤ ਸੰਗਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅਤੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਹਨਾਂ ਮਹਾਨ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਨ ਹੋ। ਬੀਬੀ ਕੌਲਾਂ ਜੀ ਗੁਰਮਤਿ ਸੇਵਕ ਜਥਾ ਸ਼ਾਹਜਹਾਂਪੁਰ ਵੱਲੋਂ ਪ੍ਰਬੰਧਕ ਜਨਾਂ ਦੇ ਸਹਿਯੋਗ ਦੇ ਨਾਲ, ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਉਲੀਕੇ ਗਏ ਹਨ। ਦਾਸ ਤੋਂ ਪਹਿਲਾਂ ਭਾਈ ਹਰਵਿੰਦਰਪਾਲ ਸਿੰਘ ਜੀ ਲਿਟਲ ਜੀ ਹੁਣਾਂ ਨੇ ਆਪ ਸੰਗਤ ਨੂੰ ਤੁਰਕੀ ਬਾਣੀ ਸਰਵਣ ਕਰਵਾ ਕੇ ਨਿਹਾਲ ਕੀਤਾ ਹੈ। ਆਓ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਿਆ ਕਰਨ ਦੇ ਲਈ ਗੁਰੂ ਰਾਮਦਾਸ ਪਾਤਸ਼ਾਹ ਦੀ ਅਗੰਮੀ ਸਿਫਤ ਗਾਉਣਾ ਕਰੀਏ। ਦੁਨੀਆ ਦੇ ਉੱਤੇ ਜਦੋਂ ਪਾਪ ਵੱਧਦਾ ਹੈ, ਅਰਿਸ਼ਟ ਵੱਧਦੇ ਨੇ, ਕੁਫਰ ਵੱਧਦਾ ਹੈ, ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਪਰਮੇਸ਼ਵਰ ਅਕਾਲ ਪੁਰਖ ਅਵਤਾਰਾਂ ਮਹਾਂਪੁਰਸ਼ਾਂ ਨੂੰ ਭੇਜਦੇ ਨੇ। ਕਲਯੁਗ ਦੇ ਇਸ ਭਿਅੰਕਰ ਸਮੇਂ ਵਿੱਚ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਆਪ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਬਣ ਕੇ ਆਏ। ਗੁਰੂ ਗੋਬਿੰਦ ਸਿੰਘ ਤਾਈਂ 10 ਸਰਗੁਣ ਸਰੂਪ ਧਾਰਨੇ ਕੀਤੇ ਔਰ ਸ਼ਬਦਾ ਅਵਤਾਰ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਸਾਡੇ ਸਨਮੁਖ ਸ਼ੋਭਾਇਮਾਨ ਨੇ। ਗੁਰੂ ਦੇ ਰੁਤਬੇ ਬਾਰੇ ਬਾਣੀ ਦੇ ਬੋਲ ਨੇ, ਗੁਰ ਸਮਰੱਥ, ਗੁਰ ਨਿਰੰਕਾਰ, ਗੁਰ ਊਚਾ ਅਗਮ ਅਪਾਰ, ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ। ਗੁਰੂ ਦੀ ਅਜ਼ਮਤ ਇੰਨੀ ਉੱਚੀ ਹੈ, ਕੋਈ ਕਥਾਕਾਰ ਉਹਦਾ ਅੰਤ ਨਹੀਂ ਪਾ ਸਕਦਾ। ਅਗਮ ਲਫ਼ਜ਼ ਉਹਦੇ ਲਈ ਆਉਂਦਾ ਹੈ ਜੋ ਮਨ ਬਾਣੀ ਤੋਂ ਪਰੇ ਹੈ, ਜਿਹੜਾ ਮਨ ਦੀ ਪਕੜ 'ਚ ਨਾ ਆਵੇ ਔਰ ਅਲਫਾਜ਼ਾਂ ਵਿੱਚ ਜਿਹੜਾ ਘਿਰੇ ਨਾ। ਐਸੀ ਵੱਡੀ ਅਜ਼ਮਤ ਦੇ ਮਾਲਕ ਨੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਅਜੋਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ। ਅਜੋਨੀ ਪਰਮੇਸ਼ਵਰ ਜੋ ਨਿਰਗੁਣ ਤੌਰ 'ਤੇ ਹਰ ਜ਼ਰੇ ਵਿੱਚ ਜੋਤ ਬਣ ਕੇ ਸਮਾਇਆ ਹੈ, ਉਹ ਆਪ ਦੁਨੀਆ 'ਤੇ ਗੁਰੂ ਰਾਮਦਾਸ ਬਣ ਕੇ ਪ੍ਰਗਟ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਫਾਰਸੀ ਦੇ ਬੋਲ ਨੇ, ਗੁਰ ਰਾਮਦਾਸ ਆਮਤਾ ਉਲਵਰਾ ਜਹਾਂ ਬਾਨੇ ਅਕਲੀ ਮੈਂ ਸਿਦਕੋ ਸਫਾ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਗੁਰੂ ਰਾਮਦਾਸ ਤੁਸੀਂ ਸੰਸਾਰ ਨੂੰ ਮਾਇਆ ਸੰਪੱਤੀ
ਦੇਣ ਵਾਲੇ ਸਿਰਦਾਰ ਹੋ। ਤੁਸੀਂ ਸੰਸਾਰ ਦੀਆਂ ਝੋਲੀਆਂ ਭਰਨ ਵਾਲੇ ਹੋ, ਸੰਸਾਰ ਨੂੰ ਸੰਤੋਖ ਸਿਦਕ ਬਖਸ਼ਣ ਵਾਲੇ ਹੋ। ਜਿੱਥੇ ਨਾਮ ਨਾਲ ਮਨ ਦੀ ਝੋਲੀ ਭਰਦੇ ਹੋ, ਉੱਥੇ ਦੌਲਤਾਂ ਸ਼ੋਹਰਤਾਂ ਨਾਲ ਤਨ ਦੀ ਝੋਲੀ ਭਰਦੇ ਹੋ। ਪਰਮਾਤਮਾ ਦਾ ਤੁਸੀਂ ਸਰੂਪ ਹੋ, ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਣੰ। ਤੁਸੀਂ ਰੱਬ ਵਰਗੇ ਨਹੀਂ, ਪ੍ਰਤੱਖ ਰੱਬ ਹੋ। ਤੁਸੀਂ ਪਰਮੇਸ਼ਰ ਦਾ ਸਰੂਪ ਹੋ, ਜੋ ਸਭਨਾਂ ਨੂੰ ਬਖਸ਼ਿਸ਼ਾਂ ਕਰਨ ਵਾਲਾ ਹੈ, ਸਭਨਾਂ ਦਾ ਸੁਆਮੀ ਹੈ, ਸਾਰਿਆਂ ਦੀਆਂ ਮਨ ਦੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਹੈ। ਸਤਿਗੁਰ ਗੁਰ ਸੇਵ ਅਲਖਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਣੰ। ਜਿਹੜਾ ਉਹਨਾਂ ਦੀ ਸੇਵਾ ਕਰੇਗਾ, ਰੋਗਾਂ ਤੋਂ ਸੋਗਾਂ ਤੋਂ 84 ਲੱਖ ਜੂਨਾਂ ਤੋਂ ਪਾਰ ਲੰਘ ਜਾਵੇਗਾ। ਐਸੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1591 ਬਿਕਰਮੀ ਸੰਮਤ ਕੱਤਕ ਵਧੀ ਦੂਜ ਨੂੰ ਚੂਨਾ ਮੰਡੀ ਲਾਹੌਰ ਭਾਈ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੇ ਪਾਵਨ ਹਿਰਦੇ ਤੋਂ ਹੁੰਦਾ ਹੈ। ਉਹ ਪ੍ਰਕਾਸ਼ਵਾਨ ਹੋਏ ਨੇ ਮਾਈ ਦੇ ਹਿਰਦੇ 'ਚ, ਸਰਗੁਣ ਰੂਪ ਵਿੱਚ ਫਿਰ ਪ੍ਰਗਟ ਹੋਏ ਨੇ। ਪੰਥ ਪ੍ਰਕਾਸ਼ ਦੇ ਬੋਲ ਨੇ, ਸੋਢੀ ਹਰੀਦਾਸ ਹਰਦਾਸੂ ਦਇਆ ਕੌਰ ਮਾਤਾ ਘਰ ਵਾਸੂ। ਸੋ ਮਹਾਰਾਜ ਦਾ ਨਾਮ ਕਰਨ ਹੋਇਆ, ਜੇਠਾ ਲਫ਼ਜ਼ ਵਰਤਿਆ ਗਿਆ ਨਾਮ ਵਜੋਂ। ਜੇਠੇ ਦਾ ਮਤਲਬ ਹੈ ਜੋ ਸਮਰੱਥ ਹੈ, ਵੱਡਾ ਹੈ, ਉੱਚਾ ਹੈ। ਬਚਪਨ ਵਿੱਚ ਹਾਲਾਤ ਐਸੇ ਬਣ ਗਏ, ਮਾਤਾ ਪਿਤਾ ਚਲਾਣਾ ਕਰ ਜਾਂਦੇ ਨੇ। ਇਤਿਹਾਸ ਦੇ ਬੋਲ ਨੇ, ਇਸੀ ਭਾਂਤ ਬਹੁ ਕਾਲ ਬਿਤਾਇਓ, ਮਾਤ ਪਿਤਾ ਸੁਰਪੁਰ ਮਗ ਲਿਓ। ਹੁਣ ਪਹਾੜ ਦੁੱਖਾਂ ਦਾ ਸਿਰ ਤੇ ਟੁੱਟਿਆ ਹੈ, ਕਿਰਤ ਕਮਾਈ ਦਾ ਸਾਧਨ ਕੋਈ ਨਹੀਂ ਹੈ, ਉਮਰ ਪੜ੍ਹਨ ਦੀ ਹੈ, ਗਲੀਆਂ ਵਿੱਚ ਖੇਡਣ ਦੀ ਹੈ। ਮੁਸ਼ਕਲ ਇਹ ਖੜੀ ਹੋ ਗਈ, ਬਚਪਨ ਵਿੱਚ ਹੀ ਕਿਰਤ ਕਰਨੀ ਪਈ ਰੋਟੀ ਦਾ ਪ੍ਰਬੰਧ ਕਰਨ ਲਈ। ਬਾਸਰ ਕੇ ਨਾਨਕੇ ਸਨ, ਨਾਨੀ ਬਾਸਰ ਕੇ ਤੋਂ ਆ ਕੇ ਚੂਨਾ ਮੰਡੀ ਲਾਹੌਰ ਰਹਿੰਦੀ ਹੈ ਆਪਣੇ ਦੋਤੇ ਕੋਲ, ਤੇ ਕੁਝ ਛੋਲੇ ਘੁੰਗਣੀਆਂ ਉਬਾਲ ਕੇ ਦੇ ਦਿੰਦੀ ਹੈ। ਬਾਬਾ ਜੇਠਾ ਜੀ ਗਲੀਆਂ ਬਾਜ਼ਾਰਾਂ ਵਿੱਚ ਵੇਚਦੇ ਨੇ। ਇਤਿਹਾਸ ਦੇ ਬੋਲ ਨੇ, ਕਹਿੰਦੇ ਆਵਾਜ਼ ਬੜੀ ਮਿੱਠੀ ਸੀ। ਲੈ ਕਰ ਗਏ ਬਾਜ਼ਾਰ ਕਿਰਪਾਲਾ, ਹੋਕਾ ਦੇਵਤ ਮਧੁਰ ਵਿਸ਼ਾਲਾ। ਬਰੀਕ ਆਵਾਜ਼ ਦੇ ਨਾਲ ਹੋਕਾ ਦਿੰਦੇ ਨੇ, ਘੁੰਗਣੀਆਂ ਵੇਚਦੇ ਨੇ। ਜੋ ਕਮਾਉਂਦੇ ਨੇ ਉਹਦਾ ਭੋਜਨ ਤਿਆਰ ਹੁੰਦਾ ਹੈ, ਉਹਦੀ ਰਸਤ ਖਰੀਦੀ ਜਾਂਦੀ ਹੈ, ਨਾਨੀ ਭੋਜਨ ਪਕਾ ਦਿੰਦੀ ਹੈ। ਹੁਣ ਘਰ ਵਿੱਚ ਗਰੀਬੀ ਹੈ, ਜਿੱਥੇ ਐਸੀ ਦਸ਼ਾ ਹੋਵੇ ਉੱਥੇ ਰਿਸ਼ਤੇਦਾਰ ਸਾਗ ਸੰਬੰਧੀ ਪਿੱਠ ਕਰ ਲੈਂਦੇ ਨੇ। ਇਹ ਦੁਨੀਆ ਦਾ ਸਿਧਾਂਤ ਐਸਾ ਹੈ। ਡਾਕਟਰ ਮੁਹੰਮਦ ਇਕਬਾਲ ਦੇ ਬੋਲ ਨੇ, ਕਹਿੰਦਾ ਜਿਨਕੇ ਆਂਗਨ में अमीरी का शजर लगता है, उनका हर ऐब भी ज़माने को हुनर लगता है। जे ते होवे अमीरी ते जिन्ना चाहे निगुणा बंदा होवे, अवगुणा दा भरिया बंदा होवे, जिसनूं कोई चज आचार नहीं है, गल करन दी तमीज़ नहीं है, परे पंचायत विच बैठण दी जाच नहीं है। अगर चार जेब विच पैसे ने ते नकम्मे बंदे नूं भी लोग आखणगे भी बड़ा हुनर है, इहदे विच बड़ी गल भारी करदा है। दूसरी तरफ कोई निर्धन है, गरीब है, पैसा पल्ले है नहीं है,
ਜਿੰਨੇ ਚਾਹੇ ਉਹਦੇ ਵਿੱਚ ਗੁਣ ਹੋਣ, ਉਹਦੀ ਗੱਲ ਦਾ ਅਸਰ ਲੋਕ ਨਹੀਂ ਕਬੂਲਦੇ, ਕਿਉਂਕਿ ਗਰੀਬ ਹੈ ਉਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੀ ਕੁਝ ਐਸੇ ਬੋਲ ਨੇ, ਨਿਰਦਨ ਆਦਰ ਕੋਏ ਨਾ ਦੇ, ਲੱਖ ਯਤਨ ਕਰੈ ਉਹ ਚਿਤ ਨਾ ਧਰੇ। ਕਹਿੰਦੇ ਜਿਹੜਾ ਗਰੀਬ ਹੈ, ਲੱਖ ਉਹ ਯਤਨ ਕਰੇ ਅਮੀਰ ਨੂੰ ਖੁਸ਼ ਕਰ ਲਵਾਂ, ਕਹਿੰਦੇ ਬੜੀ ਮੁਸ਼ਕਲ ਹੈ। ਉਹਦੀ ਕਦਰ ਨਹੀਂ ਪੈ ਸਕਦੀ, ਉਹਨੂੰ ਆਦਰ ਨਹੀਂ ਮਿਲੇਗਾ, ਉਹਦੇ ਕੋਲ ਪੈਸਾ ਹੈ ਨਹੀਂ ਹੈ। ਜਾਓ ਨਿਰਧਨ ਸਰਦਨ ਕਹਿ ਜਾਏ, ਆਗੇ ਬੈਠਾ ਪੀਠ ਫਿਰ ਆਏ। ਇੱਕ ਗਰੀਬ ਇਨਸਾਨ ਅਮੀਰ ਨੂੰ ਮਿਲਣ ਚਲਿਆ ਜਾਵੇ, ਕੋਈ ਕੰਮਕਾਰ ਹੋਵੇ ਉਸਨੂੰ, ਤੇ ਕਹਿੰਦੇ ਸਾਵੇਂ ਬੈਠਾ ਅਮੀਰ ਵੀ ਪਿੱਠ ਦਿਖਾਉਂਦਾ ਹੈ ਵੀ ਕੁਝ ਮੰਗਣ ਹੀ ਆਇਆ ਹੋਵੇਗਾ। ਮਹਾਰਾਜ ਕਹਿੰਦੇ ਉਹਦਾ ਕੋਈ ਅਦਬ ਸਤਕਾਰ ਨਹੀਂ ਕਰਦਾ। ਜਾਓ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਕਿਧਰੇ ਅਮੀਰ ਨੂੰ ਗਰੀਬ ਤਾਈਂ ਲੋੜ ਪਵੇ, ਗਰੀਬੜੇ ਦੇ ਘਰ ਅਮੀਰ ਜਾਵੇ ਤੇ ਬੜੇ ਅਦਬ ਸਤਕਾਰ ਨਾਲ ਚਾਦਰ ਵਿਛਾ ਕੇ ਮੰਜੇ ਤੇ ਬਾ ਲੈਂਦਾ ਹੈ। ਇਹ ਪੈਸੇ ਦੀ ਕਦਰ ਹੋ ਰਹੀ ਹੈ। ਜੇ ਪੈਸਾ ਹੈ ਤੇ ਤੇਰਾ ਅਦਬ ਹੈ ਦੁਨੀਆ 'ਚ। ਪਰਮਾਤਮਾ ਦੀ ਬਣਾਈ ਮਾਇਆ ਦਾ ਜ਼ੋਰ ਇੰਨਾ ਹੈ। ਜੇ ਪੈਸਾ ਹੈ ਨਹੀਂ ਹੈ ਤੇ ਤੇਰਾ ਕਹਿੰਦੇ ਕੋਈ ਅਦਬ ਨਹੀਂ ਹੈ ਦੁਨੀਆ 'ਚ। ਸੋ ਬਾਬਾ ਜੇਠਾ ਜੀ ਦੇ ਹਾਲਾਤ ਐਸੇ ਨੇ, ਪੈਸਾ ਨਹੀਂ ਹੈ ਕੋਲ। ਸਾਰੇ ਰਿਸ਼ਤੇਦਾਰ ਸਾਗ ਸੰਬੰਧੀ ਖਹਿੜਾ ਛੱਡ ਗਏ। ਬੜੇ ਤਾਨੇ ਮਿਹਣੇ ਦਿੰਦੇ ਨੇ ਸ਼ਰੀਕ। ਬਾਬਾ ਜੇਠਾ ਜੀ ਬੜੀ ਬੁਲੰਦ ਹਸਤੀ ਨੇ, ਉਹਨਾਂ ਤੇ ਕੋਈ ਬਹੁਤਾ ਅਸਰ ਨਹੀਂ ਦੁੱਖ ਦਾ ਸੁੱਖ ਦਾ। ਇਹਨਾਂ ਭੱਦੇ ਅਲਫਾਜ਼ਾਂ ਦਾ ਸੁਣਦੇ ਨੇ, ਆਪਣੀ ਕਿਰਤ ਵਿੱਚ ਲੱਗੇ ਰਹਿੰਦੇ ਨੇ। ਪਰ ਨਾਨੀ ਤੰਗ ਆ ਗਈ ਹੈ ਸ਼ਰੀਕਾਂ ਦੇ ਤਾਨੇ ਸੁਣ ਸੁਣ ਕੇ। ਸੋਚਿਆ ਮੈਂ ਇਹਨੂੰ ਆਪਣੇ ਪਿੰਡ ਲੈ ਜਾਨੀ ਆ। ਭਾਈ ਹਰਦਾਸ ਦੇ ਘਰ ਨੂੰ ਤਾਲਾ ਮਾਰਿਆ। ਨਾਨੀ ਬਾਹੋਂ ਫੜ ਕੇ ਆਪਣੇ ਦਿਲ ਦੇ ਟੁਕੜੇ ਨੂੰ ਲਈ ਜਾ ਰਹੀ ਹੈ। ਕਿਸੇ ਚਾਚੇ ਤਾਏ ਸ਼ਰੀਕ ਨੇ ਇਹ ਨਹੀਂ ਆਖਿਆ ਵੀ ਕਿਉਂ ਘਰ ਨੂੰ ਤਾਲਾ ਲਾ ਰਹੇ ਹੋ, ਕਿਉਂ ਜਾ ਰਹੇ ਹੋ, ਰੋਜ਼ੀ ਰੋਟੀ ਦਾ ਕਿਵੇਂ ਪ੍ਰਬੰਧ ਚੱਲੇਗਾ। ਕਿਸੇ ਨੇ ਦੁੱਖ ਦੀ ਘੜੀ ਵਿੱਚ ਸਾਥ ਨਹੀਂ ਦਿੱਤਾ। ਇੱਕ ਉਦਾਹਰਣ ਨੂੰ ਸਮਝਿਓ। ਕਹਿੰਦੇ ਮੱਖੀਆਂ ਉੱਥੇ ਬਹਿੰਦੀਆਂ ਨੇ ਜਿੱਥੇ ਮਿੱਠਾ ਹੁੰਦਾ ਹੈ, ਤੇ ਮਿੱਠਾ ਮੁੱਕ ਜਾਵੇ ਤੇ ਮੱਖੀਆਂ ਉੱਡ ਜਾਂਦੀਆਂ ਨੇ। ਸੱਜਣ ਮਿੱਤਰ ਤੇ ਰਿਸ਼ਤੇਦਾਰ ਉਹਨਾਂ ਮੱਖੀਆਂ ਵਰਗੇ ਨੇ। ਪੈਸੇ ਨੇ ਜੇਬ ਵਿੱਚ ਤੇ ਇਰਦ ਗਿਰਦ ਰਹਿਣਗੇ। ਪੈਸਾ ਹੈ ਨਹੀਂ ਹੈ, ਕਿਸੇ ਨੂੰ ਖਵਾਉਣ ਦੇ ਯੋਗ ਨਹੀਂ ਹੈ, ਤੇ ਸਭ ਨੇ ਤੇਰਾ ਸਾਥ ਛੱਡ ਦੇਣਾ ਹੈ। ਅਸਲ ਦੁਨੀਆ ਦਾ ਵਿਧਾਨ ਐਸਾ ਬਣਿਆ ਹੈ। ਖੈਰ ਨਾਨਕੇ ਘਰ ਬਾਸਰ ਕੇ ਲੈ ਗਈ ਹੈ ਨਾਨੀ। ਗਰੀਬੀ ਉੱਥੇ ਵੀ ਬੜੀ ਹੈ। ਘੁੰਗਣੀਆਂ ਉਬਾਲ ਦਿੰਦੀ ਹੈ, ਛੋਲੇ ਉਬਾਲ ਦਿੰਦੀ ਹੈ। ਬਾਬਾ ਜੇਠਾ ਜੀ ਗਲੀ ਵਿੱਚ ਵੇਚ ਆਉਂਦੇ ਨੇ। ਇੱਕ ਦਿਨ ਇੱਕ ਮਹਾਂਪੁਰਸ਼ ਮਿਲਿਆ। ਹੁਣ ਫਕੀਰ ਸੀ, ਪੈਸਾ ਕੋਲ ਹੈ ਨਹੀਂ ਸੀ। ਬਾਬਾ ਜੇਠਾ ਜੀ ਨੂੰ ਕਹਿੰਦੇ ਵੀ ਬਾਲਕ ਮੈਨੂੰ ਕੁਝ ਘੁੰਗਣੀਆਂ ਦੇ ਛਕਣ ਨੂੰ। ਇਤਿਹਾਸ ਦੇ ਬੋਲ ਨੇ, ਇੱਕ ਜੋ ਸਾਧ ਤਿਨ ਲਿਓ ਬੁਲਾਈ, ਹਮੈ ਦਿਓ ਇਉਂ ਗਿਰਾ ਅਲਾਈ। ਉਹ ਇੱਕ ਮੁੱਠ ਘੁੰਗਣੀਆਂ ਦੀ ਝੋਲੀ ਪਾ ਦਿੱਤੀ ਬਾਬਾ ਜੇਠਾ ਜੀ ਨੇ। ਕਹਿੰਦਾ ਹਜੇ ਵੀ ਢਿੱਡ ਨਹੀਂ ਭਰਿਆ, ਮੁੱਠ ਹੋਰ ਪਾਓ। ਫਿਰ ਛੱਕ ਕੇ ਕਹਿੰਦਾ ਢਿੱਡ ਨਹੀਂ ਭਰਿਆ, ਮੁੱਠ ਹੋਰ ਪਾਓ। ਅਖੀਰ ਬਾਬਾ ਜੇਠਾ ਜੀ ਨੇ ਉਹ ਘੁੰਗਣੀਆਂ ਦਾ ਛਾਬਾ ਸਾਧੂ ਦੀ ਝੋਲੀ ਮੂਧਾ ਕਰ ਦਿੱਤਾ। ਹੁਣ ਉਹ ਜਿਹੜਾ ਸਾਧ ਹੈ, ਗਰੀਬ ਹੈ, ਮੁਫਲਿਸ ਹੈ, ਪੈਸਾ ਕੋਈ ਹੈ ਨਹੀਂ ਹੈ, ਉਹਦੇ ਤੇ ਦਇਆ ਕੀਤੀ ਹੈ ਤੇ ਪੈਸਾ ਮੰਗਿਆ ਵੀ ਨਹੀਂ ਬਾਬਾ ਜੇਠਾ ਜੀ ਨੇ। ਐਸੇ ਦਰਿਆ ਦਿਲ ਨੇ। ਸਾਡਾ ਸਿਧਾਂਤ ਇਹੀ ਹੈ ਜੋ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਬਖਸ਼ਿਆ। ਲੰਗਰ ਦੀ ਪ੍ਰਥਾ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ
ਸੇ। ਕਹਿੰਦੇ ਕਿਰਤ ਕਰ, ਚੰਗਾ ਪਹਿਨ, ਚੰਗਾ ਛਕ, ਔਰ ਇਰਦ ਗਿਰਦ ਵੇਖੀ, ਜੇ ਕੋਈ ਲੋੜਵੰਦ ਹੈ ਬਸਤਰ ਲੈ ਦੇ, ਭੁੱਖਾ ਹੈ ਤੇ ਭੋਜਨ ਲੈ ਦੇ। ਇਹ ਲੰਗਰ ਦੀ ਪ੍ਰਥਾ ਇਹ ਕਿੱਥੋਂ ਪੈਦਾ ਹੁੰਦੀ ਹੈ? ਦਇਆ ਚੋਂ। ਬਾਣੀ ਵਿੱਚ ਇੱਕ ਗੱਲ ਤੈਅ ਕੀਤੀ ਹੈ ਵੀ ਧਰਮੀ ਉਹ ਹੈ, ਸਿੱਖ ਉਹ ਹੈ, ਸੰਤ ਉਹ ਹੈ, ਕਿਸੇ ਵੀ ਧਰਮ ਨਾਲ ਸੰਬੰਧਿਤ ਕਿਉਂ ਨਾ ਹੋਵੇ, ਅਗਰ ਉਹਦੇ ਅੰਦਰ ਦਇਆ ਹੈ ਗਰੀਬ ਗੁਰਬੇ ਪ੍ਰਤੀ, ਤੇ ਉਹਨੂੰ ਧਰਮੀ ਸਮਝਿਓ, ਨਹੀਂ ਤੇ ਐਵੇਂ ਭਾਰ ਹੀ ਚੁੱਕੀ ਫਿਰਦਾ ਹੈ ਕਕਾਰਾਂ ਦਾ, ਲਿਬਾਸ ਦਾ, ਧਾਰਮਿਕ ਚਿੰਨ੍ਹਾਂ ਦਾ। ਗੁਰੂ ਨਾਨਕ ਸਾਹਿਬ ਕਹਿੰਦੇ ਦਇਆ ਮਾਂ ਹੈ ਧਰਮ ਦੀ, ਤੇ ਜੇ ਮਾਂ ਨਹੀਂ ਹੈਗੀ ਤੇ ਕਾਕਾ ਕਿੱਥੋਂ ਜੰਮੇਗਾ? ਧੌਲ ਧਰਮ ਦਇਆ ਕਾ ਪੂਤ। ਸੋ ਇਸ ਗੱਲ ਨੂੰ ਸਮਝਿਓ। ਬਾਣੀ ਪੜ੍ਹਨੀ, ਸਿਧਾਂਤ ਤੇ ਚੱਲਣਾ, ਰੱਬ ਦੇ ਗੀਤ ਗਾਉਣੇ, ਇਹ ਧਰਮ ਵੱਲ ਨੂੰ ਲੈ ਜਾਂਦਾ ਹੈ। ਸੇਵਾ ਸਿਮਰਨ ਭਜਨ ਕਰਦਿਆਂ ਵੀ ਜੇ ਤੇਰੇ ਅੰਦਰ ਦਇਆ ਨਹੀਂ ਹੈ ਤੇ ਕਹਿੰਦੇ ਫਿਰ ਕੋਈ ਬਹੁਤਾ ਫਾਇਦਾ ਨਹੀਂ ਹੋਇਆ, ਜਿੱਥੋਂ ਚੱਲਿਆ ਉੱਥੇ ਹੀ ਖਲੋਤਾ ਹੈ। ਇਹ ਸਿਧਾਂਤ ਹੈ ਧਰਮ ਦਾ। ਦਇਆ ਸਭ ਤੋਂ ਵੱਡਾ ਗੁਣ ਹੈ, ਔਰ ਬਾਣੀ ਦੇ ਵਿੱਚ ਇਹ ਸਾਫ਼ ਲਿਖਿਆ ਹੈ ਵੀ ਇਹਦੇ ਨਾਲੋਂ ਵੱਡਾ ਕਰਮ ਕੋਈ ਨਹੀਂ। ਸਤ ਸੰਤੋਖ ਦਇਆ ਕਮਾਵੈ, ਇਹ ਕਰਨੀ ਸਾਰ। ਇਹ ਮਹਾਨ ਕਰਨੀ ਹੈ। ਸ਼ਾਇਦ ਇਸੇ ਗੁਣ ਨੂੰ ਸਿੱਖਾਂ ਨੇ ਧਾਰ ਕੇ ਸਾਰੀ ਦੁਨੀਆ ਅੰਦਰ ਦੇਗ ਚਲਾਈ ਹੈ, ਲੰਗਰ ਚਲਾਇਆ ਹੈ, ਜਿਸ ਕਰਕੇ ਸਿੱਖਾਂ ਦਾ ਨਾਮ ਚਮਕਦਾ ਹੈ। ਤੇ ਵੈਸੇ ਤੇ ਜਿੰਨਾ ਨਾਮ ਸਾਡਾ ਦੇਗ ਕਰਕੇ ਹੈ, ਉਦੋਂ ਵੱਧ ਕੇ ਨਾਮ ਸਿੱਖਾਂ ਦਾ ਤੇਗ ਕਰਕੇ ਵੀ ਹੈ। ਜੈਸੀਆਂ ਜੰਗਾਂ ਸਿੱਖ ਜਗਤ ਨੇ ਲੜੀਆਂ ਨੇ, ਹੋਰ ਕਿਧਰੇ ਰੂਹੇ ਜ਼ਮੀਨ ਤੇ ਐਸੀ ਉਦਾਹਰਣ ਨਹੀਂ ਮਿਲਦੀ। ਜਿੰਨੇ ਵੀ ਦੁਨੀਆ ਤੇ ਯੁੱਧ ਹੁੰਦੇ ਨੇ, ਸਾਵੇਂ ਹੁੰਦੇ ਨੇ। ਜੇ ਰਾਮ ਚੰਦਰ ਜੀ ਮਹਾਰਾਜ ਲੜਦੇ ਨੇ ਰਾਵਣ ਨਾਲ, ਤੇ ਦੋਵੇਂ ਹੀ ਰਾਜੇ ਨੇ। ਰਾਵਣ ਵੀ ਰਾਜਾ ਹੈ, ਰਾਮ ਜੀ ਵੀ ਰਾਜੇ ਨੇ। ਸੋਰਸ ਸਾਰਿਆਂ ਦੇ ਕੋਲ ਨੇ ਲੜਾਈ ਝਗੜੇ ਦੇ, ਚੰਗੇ ਹਥਿਆਰ ਨੇ। ਜੇ ਕੌਰਵ ਤੇ ਪਾਂਡਵ ਭਿੜਦੇ ਨੇ, ਇੱਕ ਪੱਖ ਵਿੱਚ ਦੁਰਯੋਧਨ ਖਲੋਤਾ ਹੈ, ਦੂਜੇ ਬੰਨੇ ਯੁਧਿਸ਼ਟਰ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਖਲੋਤੇ ਨੇ, ਸਾਵੀਂ ਟੱਕਰ ਹੈ। ਜੇ ਮੁਗਲਾਂ ਦਾ ਪਠਾਣਾ ਨਾਲ ਯੁੱਧ ਹੁੰਦਾ ਹੈ, ਲੋਧੀ ਡਾਇਨੈਸਟੀ ਨਾਲ ਬਾਬਰ ਦਾ ਯੁੱਧ ਹੁੰਦਾ ਹੈ, ਟੱਕਰ ਸਾਵੀਂ ਹੈ। ਜਦੋਂ ਤੁਸੀਂ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਜੰਗਾਂ ਵੱਲ ਵੇਖੋਗੇ, 14 ਜੰਗਾਂ ਗੁਰੂ ਗੋਬਿੰਦ ਸਿੰਘ, 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਲੜਦੇ ਨੇ ਸ਼ਾਹਜਹਾਨ ਤੇ ਔਰੰਗਜ਼ੇਬ ਦੇ ਖਿਲਾਫ। ਇਨਸਾਨੀਅਤ ਦੀ ਰੱਖਿਆ ਲਈ ਜ਼ਮੀਨ ਅਸਮਾਨ ਦਾ ਫਾਸਲਾ ਹੈ। ਇੱਕ ਬੰਨੇ ਲੱਖਾਂ ਫੌਜਾਂ, ਇੱਕ ਬੰਨੇ ਚੁਣਿੰਦਾ ਫਕੀਰ। ਪਰ 14 ਜੰਗਾਂ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਨਾਲ ਲੜ ਕੇ ਜਿੱਤ ਨਹੀਂ ਸਕਿਆ। 4 ਜੰਗਾਂ ਸ਼ਾਹਜਹਾਨ ਗੁਰੂ ਹਰਗੋਬਿੰਦ ਨਾਲ ਲੜ ਕੇ ਜਿੱਤ ਨਹੀਂ ਸਕਿਆ, ਕਿਉਂਕਿ ਸਿੱਖਾਂ ਵਰਗੀ ਤੇਗ ਕੋਈ ਦੂਜਾ ਚਲਾ ਹੀ ਨਹੀਂ ਸਕਿਆ। ਇਹ ਮੁਸਲਮਾਨ ਨੇ ਹਾਮੀ ਭਰੀ ਹੈ ਅੱਲਾ ਯਾਰ ਖਾਨ ਨੇ। ਕਹਿੰਦਾ ਜਿਸ ਰਨ ਮੇਂ ਲੜਾ ਬੇ ਸਰੋ ਸਾਮਾਨ ਲੜਾ ਤੂੰ, 100 ਸਿੰਘ ਲੀਏ ਲਾਖੋਂ ਪੇ ਜਾ ਜਾ ਕੇ ਪੜਾ ਤੂੰ। ਗੁਰੂ ਗੋਬਿੰਦ ਸਿੰਘ ਕੈਸੀ ਤੇਰੀ ਅਜ਼ਮਤ ਹੈ, ਮੁੱਠੀ ਪਰ ਸਿੰਘ ਲੈ ਕੇ ਲੱਖਾਂ ਦੁਸ਼ਮਣਾਂ ਦਾ ਖੁਰਾ ਖੋਜ ਮਿਟਾ ਦਿੰਦਾ ਸੀ ਤੂੰ। ਇਹਨੂੰ ਬਾਣੀ ਕਹਿੰਦੀ ਹੈ ਸਭ ਤੇ ਵੱਡ ਸਮਰੱਥ ਗੁਰ ਦੇਵ ਗੁਰੂ ਇਜ਼ ਆਲ ਪਾਵਰਫੁਲ। ਖੈਰ ਸਾਡੀ ਦੇਗ ਤੇ ਤੇਗ ਕਰਕੇ ਸਾਡਾ ਨਾਮ ਪ੍ਰਗਟ ਹੈ ਦੁਨੀਆ 'ਚ ਖਾਲਸੇ ਦਾ। ਹੁਣ ਜਿਹੜੀ ਦੇਗ ਦੀ ਮਰਿਆਦਾ ਹੈ ਦਇਆ ਚੋਂ ਪ੍ਰਗਟ ਹੁੰਦੀ ਹੈ। ਤੇ ਸਾਡਿਆਂ ਗੁਰਾਂ ਦਾ ਇਤਿਹਾਸ ਪੜ੍ਹੋ, ਦਸੋ ਪਾਤਸ਼ਾਹੀਆਂ ਦਾ ਦਿਆਲੂ ਸਨ ਤੇ ਸਿੱਖਾਂ ਨੂੰ ਦਇਆ ਸਿਖਾਈ ਹੈ ਉਹਨਾਂ ਨੇ। ਅੱਜ ਬਾਬਾ ਜੇਠਾ ਕੋਈ ਪੈਸਾ ਨਹੀਂ ਵੱਟ ਕੇ ਗਿਆ ਘਰ, ਰਸਤ ਨਹੀਂ ਆਈ ਤੇ ਲੰਗਰ ਵੀ ਨਹੀਂ ਮਿਲੇਗਾ। 8 ਪਹਿਰੀਂ ਕਿਤੇ ਭੋਜਨ ਛਕਣਾ ਸੀ, ਜਦੋਂ ਕੁਝ ਘਰ ਲੈ ਕੇ ਨਾ ਗਏ ਤੇ ਨਾਨੀ ਕਿੱਥੋਂ ਲੰਗਰ ਬਣਾਉਂਦੀ। ਐਸੀ ਗਰੀਬੀ ਹੈ ਘਰ ਵਿੱਚ। ਬਾਸਰਕੇ ਦੇ ਵਸਨੀਕ ਸ਼੍ਰੀ ਗੁਰੂ ਅਮਰਦਾਸ ਗੁਰੂ ਨਾਨਕ ਦੇ ਤਖਤ ਦੇ ਤੀਜੇ ਵਾਰਸ ਬਣੇ। ਦੇਸ਼ਾਂ ਦੇਸ਼ਾਂਤਰਾਂ ਚੋਂ ਸੰਗਤਾਂ ਗੋਇੰਦਵਾਲ ਦਰਸ਼ਨ ਕਰਨ ਉਹਨਾਂ ਦੇ ਜਾਂਦੀਆਂ ਨੇ, ਤੇ ਬਾਸਰਕੇ ਤੋਂ ਵੀ ਇੱਕ ਦਿਨ ਸੰਗਤ ਚੱਲੀ ਤੇ ਨਾਲ ਬਾਬਾ ਜੇਠਾ ਨੇ, ਨਾਨੀ ਨਾਲ ਹੈ, ਗੋਇੰਦਵਾਲ ਨੂੰ ਚੱਲ ਪਏ।
देखो परमात्मा ने देवनेत ऐसी लिखी है, जिथे दाना पानी साडा खिल रहा होवे सानू चुगण जाना ही पैंदा है। नानक हुक्म चलाई है साहिब लगी रीत, खुदा वालों ये रीति चल रही है, हुक्म विच चलना पैंदा है। दाना पानी बाबे जेठे नूं लै गया गोइंदवाल साहिब। बड़ी महान उपमा गोइंदवाल दी गुरु ग्रंथ साहिब विच है। कहंदे जे निर्गुण परमात्मा जो अखां दा विशा नहीं है, वह सचखंड रहिंदा है ना, जो अखां नूं नज़र ही नहीं आउंदा। सचखंड वसै निरंकार, सच्चा तेरा खंड सच्चा ब्रह्मंड। जो दिखे ना ये ना समझ लिया करो भी वो है नहीं है। आ गुरु घर की दीवार है, वो पिछे कुछ नहीं दिख रहा, यदा मतलब ये नहीं भी दुनिया नहीं वसदी उत्थे। अगोचर दुनिया, अकाल पुरख अगोचर है, उसकी रहन की जगह भी अगोचर है, जोत भी अगोचर है जो साडे च समाई है। जदों सरगुण स्वरूप धारे निर्गुण आप सरगुण भी, उही वो अपने रहन लई फिर अखां दा जो विशा है वैसी ही वो इमारत दरबार बनाउंदा है जो नज़र ही आवे। कहंदे जे अकाल पुरख निर्गुण सचखंड रहिंदा है, सरगुण गुरु अमरदास जिस जगह ते रहिंदा है उत्थे उन्हें उस निर्गुण स्वरूप वाले सचखंड वर्गा ही सचखंड गोइंदवाल बनाया है। गुरबाणी दे ए पाक बोल गुरु ग्रंथ साहिब कहंदे ने गोबिंदवाल गोबिंदपुरी सम जलन तीर विपास, बनायो विपासा दे ब्यास दरिया दे पास गोबिंदपुरी उस सचखंड वर्गी ही गुरु अमरदास ने वसाई है। जेड़ा उथे जावेगा कहंदे गयो दुख दूर बरखन को, सो गुरु मुख देख गरु सुख पायो। जेड़ा गोइंदवाल जावेगा परसेगा चरण गुरु अमरदास दे, कहंदे सारा जीवन उहदा दुखां थाणी लंघिया होवे उहदे दुख मिट जाणगे। 84 लख जूना तो निजात पावेगा, उसनूं मुक्ति हासिल होवेगी। सो ऐसी महिमा गुरु अमरदास दे वसाए गोइंदवाल दी है। बाबा जेठा उत्थे गए, सुबह गुरां दे दर्शन करते ने, सेवा करते ने, फिर नानी घुंगणियां बाल दिंदी है। तो गोइंदवाल जिहड़ा पत्तन है ना ब्यास दरिया ते जिथे बेड़ियां लंघदियां ने, उत्थे काफ़ी रश बेड़ियां करके होया करदा सी, उत्थे घुंगणियां वेचदे ने। एक दिन गुरु घर सेवा करन ते परिवार गुरु अमरदास जी का बैठा है, बचन चल रहा है भी बीबी दानी जी का विआह ते भाई रामे ना कर दिता है। ते पातशाह ये तुहाडी जिहड़ी दूजी धी है सपुत्री है बीबी भानी, ये विआहण दे योग होई है, इहदे लई कोई लायक वर लभना चाहिदा है। ते परिवार दे कुछ मैंबरां ने सावें भाई जेठे नूं सेवा करदा वेखिया, कहंदे इस वर्गा लायक बच्चा होवे ते विआह करना चाहिदा है। गुरु अमरदास दे गलूए दे बोल सन भी इहदे वर्गा ते फिर यही बनाया है परमात्मा ने। देवनित ऐसी हुई पंथ प्रकाश दे बोल ने, कहियो याहे सम इही है और नहीं जग कोए, शगन सगाई दै तबै पुन विवाह दिए सोए। शगन लाया गया बाबे जेठे नूं, बीबी भानी दा विआह कर दिता गया। लाहौर दी चूना मंडी गलियां विच कखां वांगू रुलन वाला बालक अज दुनिया दे सब तो महान परिवार का एक अंग हो निबड़िया, जिस परिवार अगे कुल कायनात आके चुकती है। दीन दुनिया दे मालक गुरु अमरदास पातशाह दे दर ते संसारी रिश्ते नूं भुला के सेवादार बन के सेवा कीती। ये नहीं सोचा भी मैं इस घर दा दामाद हाँ, मैं कोई अहंकार विच रहना है, उच्चे होके रहना है। जानते ने
ਬਲੱਡ ਰਿਲੇਸ਼ਨ ਦਾ, ਦੁਨਿਆਵੀ ਰਿਸ਼ਤੇ ਦਾ ਸਿੱਖ ਜਗਤ ਵਿੱਚ ਅਦਬ ਤੇ ਹੈ, ਪਰ ਉਹਦੇ ਨਾਲੋਂ ਵੱਧ ਕੇ ਸਤਿਕਾਰ ਅਧਿਆਤਮਕ ਰਿਸ਼ਤੇ ਦਾ ਹੈ, ਗੁਰੂ ਚੇਲੇ ਦਾ ਹੈ। ਬਾਣੀ ਸੇਵਾ ਸਿਮਰਨ ਜੋ ਕਰੇਗਾ ਉਹੀ ਗੁਰੂ ਨੂੰ ਸਭ ਤੋਂ ਨੇੜੇ ਹੈ। ਲਾਹੌਰ ਨਾ ਉਹ ਜਿਹੜੇ ਸ਼ਰੀਕ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੋਢੀਆਂ ਨੂੰ ਵੀ ਸਾਡਾ ਫਰਜ਼ੰਦ, ਸਾਡਾ ਬੱਚਾ ਗੁਰੂ ਘਰ ਦਾ ਦਾਮਾਦ ਬਣ ਗਿਆ ਹੈ। ਤੇ ਜਦੋਂ ਬੰਦਾ ਫਿਰ ਵੱਡਾ ਹੋਵੇ, ਚਾਰ ਪੈਸੇ ਕੋਲ ਹੋਣ, ਵੱਡਿਆਂ ਨਾਲ ਸਾਂਝ ਪਵੇ ਤੇ ਰਿਸ਼ਤੇਦਾਰ ਵਾਪਸ ਆਉਣ ਲੱਗ ਪੈਂਦੇ ਨੇ। ਉਹ ਜਿਨ੍ਹਾਂ ਗਲੀ ਵਿੱਚ ਤੁਰੇ ਜਾਂਦੇ ਬਾਬੇ ਜੇਠੇ ਨੂੰ ਸਾਂਭਿਆ ਨਹੀਂ ਸੀ ਨਾ, ਦਇਆ ਨਹੀਂ ਸੀ ਕੀਤੀ, ਅੱਜ ਉਹ ਮਿਲਣ ਗੋਇੰਦਵਾਲ ਸਾਹਿਬ ਪਹੁੰਚੇ ਨੇ ਤੇ ਗੁਰਾਂ ਦੀ ਸੇਵਾ ਵਿੱਚ ਲੱਗਾ ਹੈ ਬਾਬਾ ਜੇਠਾ। ਤੇ ਸੇਵਾ ਚੱਲ ਰਹੀ ਹੈ ਬੌਲੀ ਸਾਹਿਬ ਦੀ। ਮਿੱਟੀ ਦਾ ਭਰਿਆ ਟੋਕਰਾ ਸਿਰ ਤੇ ਉਠਾਉਂਦੇ ਨੇ, ਜਿੱਥੋਂ ਮਿੱਟੀ ਪੁੱਟੀ ਜਾਂਦੀ ਹੈ ਔਰ ਜਿੱਥੇ ਸੁੱਟੀ ਜਾਂਦੀ ਹੈ ਜਾ ਕੇ ਸੰਗਤੀ ਰੂਪ ਵਿੱਚ ਸੁੱਟ ਆਉਂਦੇ ਨੇ। ਸੋਢੀ ਦਰਬਾਰ ਆਏ ਗੁਰਾਂ ਦਾ, ਜਿਵੇਂ ਹੁਕਮ ਹੈ, ਪਹਿਲੇ ਪੰਗਤ ਪਾਛੇ ਸੰਗਤ, ਲੰਗਰ ਛਕ ਲਿਆ। ਗੁਰੂ ਦਰਬਾਰ ਵਿੱਚ ਆ ਕੇ ਅਹੰਕਾਰ ਸਹਿਤ ਗੁਰਾਂ ਨੂੰ ਮੱਥਾ ਨਹੀਂ ਟੇਕਿਆ ਵੀ ਸਾਡੇ ਕੁੜਮ ਨੇ, ਤੇ ਮੁੱਛਾਂ ਨੂੰ ਤਾ ਦਿੱਤਾ ਹੈ ਵੀ ਅਸੀਂ ਮੁੰਡੇ ਵਾਲੇ ਤੇ ਇਹ ਕੁੜੀ ਵਾਲੇ ਨੇ। ਮਹਾਰਾਜ ਬਾਬਾ ਜੇਠਾ ਜੀ ਮਿੱਟੀ ਢੋਂਦੇ ਪਏ ਨੇ ਤੇ ਕੀ ਵੇਖਿਆ ਹੈ ਸਾਹਮਣੇ, ਸਾਰੇ ਬਸਤਰ ਮਿੱਟੀ ਦੇ ਨਾਲ ਭਰੇ ਹੋਏ ਨੇ ਤੇ ਅਹੰਕਾਰ ਦੇ ਵਿੱਚ ਆ ਕੇ ਕਹਿੰਦੇ ਨੇ ਇਹਨੇ ਕੁੱਲ ਨੂੰ ਲਾਜ ਲਾ ਦਿੱਤੀ ਹੈ। ਏਡੀ ਵੱਡੀ ਸੋਢੀ ਬੰਸ ਦਾ ਬੱਚਾ ਹੋਵੇ ਤੇ ਮਿੱਟੀ ਢੋਵੇ, ਦਾਮਾਦ ਬਣ ਕੇ, ਘਰ ਜਵਾਈ ਬਣ ਕੇ। ਸਾਨੂੰ ਲੱਜਿਆ ਆਉਂਦੀ ਹੈ, ਇਸ ਨੂੰ ਆਪਣਾ ਪਰਿਵਾਰ ਕਹਿੰਦੇ ਆ। ਕਵੀ ਜੀ ਨੇ ਬੜਾ ਸੁੰਦਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ, ਧੂਲ ਸੰਗ ਸ਼ਾਦਤ ਸਰਬੰਗਾ, ਬਸਤਰ ਮਲੀਨ ਕੁਢੰਗ ਕੁਰੰਗਾ। ਬਸਤਰ ਲਿਬੜੇ ਨੇ ਮਿੱਟੀ ਨਾਲ, ਅੰਗ ਭਰੇ ਹੋਏ ਨੇ ਮਿੱਟੀ ਨਾਲ। ਕਹਿਓ ਸਭਨ ਕੁਲ ਲੱਜਿਆ ਖੋਈ, ਘਰ ਸਸੁਰਾਰ ਮਿੱਤਰ ਘਾਡੋਈ। ਕਹਿੰਦੇ ਸਹੁਰਿਆਂ ਦੇ ਘਰ ਮਿੱਟੀ ਢੋ ਰਿਹਾ ਹੈ। ਗੁਰੂ ਅਮਰਦਾਸ ਜੀ, ਤੁਸੀਂ ਤੇ ਸੁਲਝੇ ਹੋਏ ਹੋ, ਸਿਆਣੇ ਹੋ, ਕਮ ਸੇ ਕਮ ਤੁਸੀਂ ਕੋਈ ਹੋਰ ਕਿਰਤੇ ਦੇ ਕੋਲੋਂ ਕਰਵਾ ਲੈਂਦੇ, ਮਿੱਟੀ ਕਿਉਂ ਢਵਾਉਣੀ ਸੀ ਤੁਸੀਂ? ਹੁਣ ਇਹਨਾਂ ਨੂੰ ਸਮਝ ਨਹੀਂ ਹੈ ਜਾਤ ਅਹੰਕਾਰ ਵਿੱਚ ਵੀ ਸੇਵਾ ਦੀ ਕੀ ਮਹਿਮਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਇਹ ਬੋਲ ਕਹੇ ਨੇ, ਕਹਿੰਦੇ ਜਿਹੜਾ ਸੇਵਾ ਕਰਦਾ ਹੈ ਨਾ, ਜਿਹੜਾ ਗੁਰੂ ਦੇ ਦਰ ਤੇ ਸੇਵਾ ਕਰੇਗਾ ਜਾਂ ਕਰਦਾ ਹੈ, ਜਿਹੜਾ ਵੀ ਸੁੱਖ ਉਹ ਚਾਹਵੇ ਉਸ ਨੂੰ ਉਹ ਮਿਲ ਜਾਵੇਗਾ। ਸੇਵਾ ਤੋਂ ਪਾਤਸ਼ਾਹ ਇੰਨੇ ਪ੍ਰਸੰਨ ਹੁੰਦੇ ਨੇ। ਸੇਵਾ ਮੁਕਤੀ ਵੀ ਦਿਵਾਉਂਦੀ ਹੈ, ਸੇਵਾ ਰੋਗ ਸੋਗ ਵੀ ਮਿਟਾਉਂਦੀ ਹੈ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਅਤ ਦਾ ਸੁਖ ਦੇਣ ਵਾਲੀ ਸੇਵਾ ਹੈ, ਜੋ ਵੀ ਇੱਛਾ ਹੋਵੇ ਤੁਹਾਡੀ ਉਹ ਪੂਰੀ ਹੋਵੇਗੀ। ਇਹ ਨਹੀਂ ਸਮਝਦੇ ਇਸ ਭਾਵਨਾ ਨੂੰ। ਗੁਰੂ ਅਮਰਦਾਸ ਪਾਤਸ਼ਾਹ ਇਹਨਾਂ ਦੇ ਅਹੰਕਾਰ ਵਿੱਚ ਮੱਤੇ ਹੋਏ ਬੋਲ ਸੁਣਦੇ ਰਹੇ। ਅਖੀਰ ਆਪਣੇ ਗਲੂਏ ਮੁਬਾਰਕ ਚੋਂ ਇਹ ਬੋਲ ਕੋਏ, ਕਹਿੰਦੇ ਮੂਰਖੋ, ਤੁਹਾਨੂੰ ਲੱਗਦਾ ਹੈ ਮੈਂ ਮਿੱਟੀ ਦਾ ਟੋਕਰਾ ਸਿਰ ਤੇ ਚੁਕਾਇਆ, ਇਹਦੀ ਨਰਾਦਰੀ ਕੀਤੀ ਹੈ। ਕਹਿੰਦੇ ਨਹੀਂ, ਉਰ ਪ੍ਰਸੰਨ ਹਵੈ ਭਨਤ ਬਚਨ ਕੋ, ਸਭ ਜਗ ਛਤਰ ਦੀਨ ਮੈਂ ਇਨਕੋ। ਇਹ ਮਿੱਟੀ ਦਾ ਟੋਕਰਾ ਨਾ ਸਮਝਿਓ, ਲੋਕ ਪਰਲੋਕ ਦਾ ਛਤਰ ਇਹਦੇ ਸਿਰ ਤੇ ਝੁਲਾ ਦਿੱਤਾ ਹੈ ਮੈਂ। ਇਹ ਗੁਰੂ ਨਾਨਕ ਦੇ ਤਖਤ ਦਾ ਭਾਰ ਇਹਦੇ ਸਿਰ ਤੇ ਪਾ ਦਿੱਤਾ ਹੈ ਮੈਂ। ਜਿਵੇਂ ਬਾਣੀ ਚਾਹੁੰਦਾ ਨਾ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ। ਗੁਰੂ ਰਾਮਦਾਸ ਨੂੰ ਗੁਰੂ ਨਾਨਕ ਦੇ ਤਖਤ ਦਾ ਵਾਰਸ ਬਣਾ ਦਿੱਤਾ।
ਤੁਸੀਂ ਕਹਿੰਦੇ ਹੋ ਤੁਹਾਡੀ ਵੰਸ਼ ਨੂੰ ਦਾਗ ਲਾ ਦਿੱਤਾ ਇਸਨੇ। ਕਹਿੰਦੇ ਜੇ ਇਹ ਵੰਸ਼ ਜਨਮ ਨਹਿ ਧਾਰੈ, ਗਿਰਤ ਨਰਕ ਮੈਂ ਪਿਤਰ ਤੁਮਾਰੈ। ਜੇ ਤੁਹਾਡੀ ਵੰਸ਼ ਵਿੱਚ ਇਹ ਪੈਦਾ ਨਾ ਹੁੰਦਾ ਤਾਂ ਤੁਸੀਂ ਸਭ ਨੇ ਨਰਕਾਂ 'ਚ ਪੈਣਾ ਸੀ। ਤੁਹਾਡੀ ਵੰਸ਼ ਦਾ ਨਾਮ ਹੀ ਇਹਦੇ ਕਰਕੇ ਦੁਨੀਆ ਤੇ ਰਵੇਗਾ। ਵੇਖੋ ਅੱਜ ਵੀ ਬਾਣੀ 'ਚ ਸੋਢੀ ਸੁਲਤਾਨ ਕਰਕੇ ਗੁਰੂ ਰਾਮਦਾਸ ਦਾ ਨਾਮ ਆਉਂਦਾ ਹੈ। ਸੋਢੀਆਂ ਦਾ ਨਾਮ ਪ੍ਰਗਟ ਕਰ ਦਿੱਤਾ। ਬੋਹਿਥੋ ਵਿਧਾਤੈ ਨਿਰਮਯੋ ਸਭ ਸੰਗਤ ਕੁਲ ਉਧਰਣ, ਗੁਰ ਅਮਰਦਾਸ ਕੀਰਤ ਕਹੈ ਤਰਾਹ ਤਰਾਹ ਤੁਵ ਪਾਸ ਸ਼ਰਣ। ਬਾਬਾ ਜੇਠਾ ਜੀ ਦੇ ਹੱਥ ਜੁੜ ਕੇ, ਮਹਾਰਾਜ ਇਹਨਾਂ ਤੇ ਕਿਰਪਾ ਕਰੋ, ਇਹਨਾਂ ਨੂੰ ਸਮਝ ਨਹੀਂ ਹੈ, ਵੇਖਿਓ ਕਿਤੇ ਨਰਕਾਂ 'ਚ ਨਾ ਸੁੱਟ ਦਿਓ। ਜਿਹੜਾ ਤੁਹਾਡੀ ਸ਼ਰਨ ਆਉਂਦਾ ਹੈ ਤੁਸੀਂ ਰੱਖ ਲੈਂਦੇ ਹੋ। ਮਹਾਰਾਜ ਬੜੇ ਖੁਸ਼ ਹੋਏ, ਬਾਬਾ ਜੇਠਾ ਜੀ ਨੂੰ ਛਾਤੀ ਨਾਲ ਲਾਇਆ। ਸਿੱਖਾਂ ਵਿੱਚ ਇਹ ਬਚਨ ਆਮ ਹੀ ਪ੍ਰਚਲਿਤ ਸੀ ਵੀ ਗੁਰਤਾ ਗੱਦੀ ਕਿਸ ਨੂੰ ਮਿਲੇਗੀ। ਭਾਈ ਰਾਮਾ ਜੀ ਵੀ ਬੜੀ ਸੇਵਾ ਕਰਦੇ ਨੇ, ਭਾਈ ਜੇਠਾ ਜੀ ਵੀ ਬੜੀ ਸੇਵਾ ਕਰਦੇ ਨੇ। ਹੁਣ ਮਹਾਰਾਜ ਇਹ ਸ਼ੰਕਾ ਨਿਵਰਤ ਕਰਨ ਲਈ ਸੰਗਤ ਦੇ ਵਿੱਚੋਂ ਨਾ ਇੱਕ ਦਿਨ ਆਵਾਜ਼ ਦਿੰਦੇ ਨੇ ਭਾਈ ਜੇਠੇ ਤੇ ਭਾਈ ਰਾਮੇ ਨੂੰ, ਸਿੱਖਨ ਕੇ ਸੰਦੇਹ ਵਿਨਾਸ਼ਨ, ਨਿਜ ਪਾਸ਼ੇ ਥਾਪਨ ਸਿੰਘਾਸਨ, ਪਰਖਨ ਹਿਤ ਸ਼੍ਰੀ ਸਤਿਗੁਰ ਪੂਰੇ, ਜੁਗਲ ਹਕਾਰਨ ਕਰੇ ਹਜੂਰੇ। ਦੋਹਾਂ ਦਾ ਮਾਦਾਂ ਨੂੰ ਸੱਦਿਆ। ਹੁਣ ਸੰਗਤ ਨੂੰ ਵਿਖਾਉਣਾ ਹੈ ਵੀ ਅਸਲ ਗੁਰਤਾ ਗੱਦੀ ਦੇ ਯੋਗ ਕੌਣ ਹੈ। ਇੱਕ ਪ੍ਰੀਖਿਆ ਲੈਣ ਲੱਗੇ ਨੇ। ਕਹਿੰਦੇ ਇਹਾਂ ਹਮਾਰੇ ਬੈਠਨ ਕਾਰਨ ਰੁਚਰ ਬੇਦ ਕਾ ਕਰੋ ਸੁਧਾਰਨ। ਸਾਡੇ ਬਹਿਣ ਲਈ ਥੜਾ ਤਿਆਰ ਕਰੋ ਬਾਬਾ ਰਾਮਾ ਜੀ, ਤੁਸੀਂ ਇਸ ਦਿਸ਼ਾ ਵਿੱਚ, ਬਾਬਾ ਜੇਠਾ ਜੀ ਤੁਸੀਂ ਉਸ ਦਿਸ਼ਾ ਵਿੱਚ। ਅਸੀਂ ਥੜੇ ਤੇ ਬੈਠ ਕੇ ਨਾ ਸੰਗਤ ਕੋਲੋਂ ਬੌਲੀ ਦੀ ਸੇਵਾ ਕਰਵਾਇਆ ਕਰਾਂਗੇ, ਕਦੇ ਇਸ ਥੜੇ ਤੇ ਕਦੇ ਉਸ ਥੜੇ ਤੇ। ਕਵੀ ਸੰਤੋਖ ਸਿੰਘ ਕਹਿੰਦੇ ਨੇ ਬੜੀ ਮੁਸ਼ੱਕਤ ਘਾਲ ਕੇ ਭਾਈ ਰਾਮੇ ਨੇ ਥੜਾ ਬਣਾਇਆ। ਬੜੀ ਤਰਤੀਬ ਨਾਲ ਇੱਟਾਂ ਲਾਈਆਂ, ਗਾਰੇ ਦੀ ਚਣਾਈ ਕੀਤੀ। ਦੂਸਰੇ ਬੰਨੇ ਬਾਬਾ ਜੇਠਾ ਜੀ ਨੇ ਸਾਰੀ ਦਿਹਾੜੀ ਮੁਸ਼ੱਕਤ ਘਾਲ ਕੇ ਥੜਾ ਤਿਆਰ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਦੇਖਦੇ ਨੇ, ਭਾਈ ਰਾਮੇ ਨੂੰ ਆਖਣ ਲੱਗੇ ਥੜੇ ਦੇ ਨਜ਼ਦੀਕ ਆ ਕੇ, ਇਹ ਤੋਂ ਨੀਕੀ ਨਹੀਂ ਬਣਾਈ, ਬੈਠਨ ਹੇਤ ਨਾ ਹਮ ਕਹੋ ਭਾਈ। ਭਾਈ ਰਾਮਾ ਜੀ ਇਹ ਥੜਾ ਸਾਡੇ ਬੈਠਣ ਲਾਇਕ ਨਹੀਂ ਬਣਿਆ, ਕੰਧ ਟੇਢੀ ਨਿਕਲੀ ਹੈ, ਇਸ ਥੜੇ ਨੂੰ ਢਾ ਕੇ ਨਵਾਂ ਉਸਾਰੋ। ਭਾਈ ਰਾਮਾ ਜੀ ਦੇ ਮਨ ਤੇ ਚੋਟ ਲੱਗੀ ਵੀ ਮੈਂ ਸਾਰੀ ਦਿਹਾੜੀ ਮਿਹਨਤ ਕੀਤੀ, ਮੁਸ਼ੱਕਤ ਘਾਲ ਕੇ ਥੜਾ ਬਣਾਇਆ ਹੈ, ਜੈਸਾ ਥੜਾ ਚਾਹੁੰਦੇ ਸੀ ਗੁਰੂ ਵੈਸਾ ਬਣਾਇਆ ਹੈ, ਮੈਨੂੰ ਤੇ ਕੋਈ ਦੋਸ਼ ਨਜ਼ਰ ਹੀ ਨਹੀਂ ਆਉਂਦਾ, ਪਤਾ ਨਹੀਂ ਕੀ ਕਾਰਨ ਹੈ। ਖੈਰ ਥੜਾ ਢਾਉਣਾ ਪੈ ਗਿਆ। ਗੁਰੂ ਅਮਰਦਾਸ ਬਾਬਾ ਜੇਠਾ ਜੀ ਕੋਲ ਗਏ। ਸ੍ਰੀ ਗੁਰ ਅਮਰਦਾਸ ਭਿਖ ਕਹਿਓ, ਹਮਰੋ ਆਸ਼ੇ ਤੈ ਨਹੀਂ ਲਹਿਓ। ਭਾਈ ਜੇਠਾ ਜੀ ਤੁਹਾਨੂੰ ਵੀ ਸਾਡੀ ਗੱਲ ਸਮਝ ਨਾ ਲੱਗੀ, ਸਾਡੇ ਆਸ਼ੇ ਨੂੰ ਤੁਸੀਂ ਸਮਝ ਨਹੀਂ ਸਕੇ, ਜੈਸਾ ਥੜਾ ਮੈਂ ਚਾਹੁੰਦਾ ਸੀ ਵੈਸਾ ਨਹੀਂ ਬਣਿਆ। ਭਾਈ ਜੇਠੇ ਦੇ ਹੱਥ ਜੁੜ ਗਏ ਤੇ ਬੇਨਤੀ ਕੀਤੀ, ਗੁਰੂ ਪਾਤਸ਼ਾਹ ਮੇਥੋਂ ਅਵੱਗਿਆ ਹੋਈ ਹੈ, ਮੈਨੂੰ ਤੁਸੀਂ ਬਖਸ਼ ਦਿਓ, ਮੈਂ ਨਾ ਸਮਝ ਹਾਂ, ਮੈਨੂੰ ਫਿਰ ਸਮਝਾਓ ਕਿੱਦਾਂ ਦਾ ਥੜਾ ਚਾਹੀਦਾ ਹੈ। ਪਾਤਸ਼ਾਹ ਨੇ ਤਰਤੀਬ ਦੱਸ ਦਿੱਤੀ। ਦੂਸਰੇ ਦਿਨ ਮੁਸ਼ੱਕਤ ਘਾਲੀ, ਭਾਈ ਰਾਮੇ ਨੇ ਥੜਾ ਤਿਆਰ ਕੀਤਾ, ਪਰ ਢੈਂਦੇ ਮਨ ਦੇ ਨਾਲ, ਲੱਥੇ ਮਨ ਦੇ ਨਾਲ, ਨਿਮੋ ਝੂਣੇ ਮਨ ਦੇ ਨਾਲ ਥੜਾ ਤਿਆਰ ਹੋ ਗਿਆ। ਦੂਜੇ ਬੰਨੇ ਬਾਬਾ ਜੇਠਾ ਜੀ ਨੇ ਚਾਅ ਨਾਲ ਥੜਾ ਤਿਆਰ ਕੀਤਾ ਵੀ ਗੁਰਾਂ ਦਾ ਹੁਕਮ ਹੈ। ਭਾਈ ਰਾਮੇ ਪਾਸ ਗੁਰੂ ਅਮਰਦਾਸ ਗਏ, ਕਹਿੰਦੇ ਕਹਿਓ ਤਾਹੇ ਇਹ ਕਰੀ ਨਾ ਆਸ਼ੀ, ਤਥਾ ਬਨੀ ਨਾ ਜਥਾ ਹਮ ਬਾਂਛੀ।
ਭਾਈ ਰਾਮਾ ਜੀ ਥੜੇ ਵਿੱਚ ਅੱਜ ਵੀ ਕੋਈ ਸੁਧਾਰ ਨਹੀਂ ਹੋਇਆ, ਕੱਲ ਵਰਗਾ ਹੀ ਬਣ ਗਿਆ ਹੈ। ਅਕਲ ਲਾਏ ਬਿਨਾ ਮਿਹਨਤ ਵਿਅਰਥ ਗਵਾ ਲਈ ਤੁਸੀਂ, ਇਹਨੂੰ ਢਾਹ ਦਿਓ, ਨਵਾਂ ਉਸਾਰੋ। ਬਾਬਾ ਰਾਮਾ ਜੀ ਕਹਿੰਦੇ ਮਹਾਰਾਜ ਜੈਸਾ ਤੁਸੀਂ ਥੜਾ ਕਿਹਾ ਸੀ ਵੈਸਾ ਹੀ ਬਣਿਆ ਹੈ। ਹੁਣ ਇਹਦੋਂ ਸੋਹਣਾ ਥੜਾ ਮੈਂ ਕਿਵੇਂ ਬਣਾ ਸਕਦਾ ਹਾਂ? ਸਾਰੀ ਦਿਹਾੜੀ ਮੈਂ ਮਿਹਨਤ ਮੁਸ਼ੱਕਤ ਘਾਲੀ ਹੈ, ਇਹਦੋਂ ਵਧੀਆ ਥੜਾ ਨਹੀਂ ਮੇਰੇ ਕੋਲੋਂ ਬਣਦਾ। ਗੁਰੂ ਸਾਹਿਬ ਨੇ ਹੁਕਮ ਕੀਤਾ, ਕਹਿੰਦੇ ਇਹਨੂੰ ਢਾਹ ਦਿਓ, ਤੋੜ ਦਿਓ ਤੇ ਨਵਾਂ ਬਣਾਓ। ਮਨ ਇਨਕਾਰੀ ਸੀ, ਪਰ ਫਿਰ ਸੰਗਤ ਪਈ ਵੇਂਦੀ ਹੈ, ਸੋਚ ਕੇ ਹਾਮੀ ਭਰ ਦਿੱਤੀ। ਮਹਾਰਾਜ ਕਹਿੰਦੇ ਹੁਣ ਅਕਲਮੰਦੀ ਨਾਲ ਬਣਾਇਓ। ਦੂਸਰੇ ਬੰਨੇ ਬਾਬਾ ਜੇਠਾ ਜੀ ਕੋਲ ਗਏ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਇਹ ਤਾਂ ਨੀਕੀ ਨਹੀਂ ਬਣਾਈ, ਬੈਠ ਬੇਕਾਰਨ ਹਮੋ ਨਾ ਭਾਈ। ਬਾਬਾ ਜੇਠਾ ਜੀ ਤੁਹਾਡੇ ਪਾਸੋਂ ਥੜਾ ਸਾਡੇ ਬੈਠਣੇ ਲਾਇਕ ਫਿਰ ਨਹੀਂ ਬਣਿਆ, ਲੱਗਦਾ ਹੈ ਸਾਡੀ ਗੱਲ ਕੰਨਾਂ ਵਿੱਚ ਤੁਸੀਂ ਧਿਆਨ ਨਾਲ ਸੁਣੀ ਨਹੀਂ ਹੈ, ਇਹਨੂੰ ਢਾਹ ਕੇ ਨਵਾਂ ਥੜਾ ਬਣਾਓ। ਬਾਬਾ ਜੇਠਾ ਦੇ ਹੱਥ ਜੁੜ ਗਏ, ਕਹਿੰਦੇ ਮਹਾਰਾਜ ਮੱਤ ਹੈ ਮੇਰੀ ਥੋੜੀ, ਮੇਥੋਂ ਗਲਤੀ ਹੋ ਜਾਂਦੀ ਹੈ, ਕਿਰਪਾ ਕਰੋ ਜੈਸਾ ਥੜਾ ਤੁਹਾਨੂੰ ਚਾਹੀਦਾ ਹੈ ਮੇਰੇ ਕੋਲੋਂ ਬਣਵਾ ਲਵੋ, ਮੈਂ ਕੋਸ਼ਿਸ਼ ਕਰਾਂਗਾ। ਖਿੜੇ ਮੱਥੇ ਬਚਨ ਮੰਨ ਕੇ ਥੜਾ ਢਾਇਆ। ਹੁਣ ਤੀਸਰੀ ਵਾਰ ਥੜਾ ਬਣਾਇਆ ਹੈ। ਭਾਈ ਰਾਮੇ ਵੱਲ ਗੁਰੂ ਅਮਰਦਾਸ ਪਾਤਸ਼ਾਹ ਵਧੇ ਨੇ, ਕਹਿਓ ਬਾਕ ਭੋ ਰਾਮੇ ਤੋਹੇ, ਕਰਿਓ ਨਹੀਂ ਜਿਮ ਭਾਖਿਓ ਮੋਹੇ। ਕਹਿੰਦੇ ਭਾਈ ਰਾਮਾ ਜੀ ਰੰਚਕ ਮਾਤਰ ਵੀ ਸੁਧਾਰ ਥੜੇ ਦੀ ਬਣਤਰ ਵਿੱਚ ਨਹੀਂ ਆਇਆ, ਤੁਸੀਂ ਮੇਰੀ ਗੱਲ ਸਮਝ ਨਹੀਂ ਪਾਉਂਦੇ। ਤੁਸੀਂ ਇਹ ਥੜਾ ਢਾਹ ਦਿਓ ਤੇ ਢਾਹ ਕੇ ਜੈਸਾ ਅਸੀਂ ਕਹਿੰਦੇ ਹਾਂ ਵੈਸੀ ਲਿੰਬਾ ਪੋਚੀ ਕਰਕੇ ਸੁੰਦਰ ਥੜਾ ਬਣਾਓ। ਹੁਣ ਨਹੀਂ ਰਿਹਾ ਗਿਆ ਭਾਈ ਰਾਮੇ ਕੋ, ਮਨ ਵਿੱਚ ਰੋਸ ਜਿਹੜਾ ਸੀ ਨਾ ਉਹ ਅਲਫਾਜ਼ ਬਣ ਕੇ ਨਿਕਲਿਆ। ਕਹਿੰਦਾ ਜੀ ਜੈਸਾ ਹੁਕਮ ਤੁਸੀਂ ਕੀਤਾ ਏ ਵੈਸਾ ਥੜਾ ਮੈਂ ਬਣਾਇਆ ਹੈ, ਔਰ ਤੁਹਾਡੇ ਕਹਿਣ ਨਾਲੋਂ ਵੀ ਸੁੰਦਰ ਥੜਾ ਬਣਿਆ ਹੈ। ਮੈਂ ਇਹ ਥੜਾ ਨਹੀਂ ਜੇ ਹੁਣ ਢਾਹ ਸਕਦਾ, ਇਹਦੇ ਤੇ ਬੈਠੋ, ਸੇਵਾ ਕਰਵਾਓ, ਸੰਗਤ ਨੂੰ ਉਪਦੇਸ਼ ਦਿਓ। ਅਸਲ ਦੇ ਵਿੱਚ ਭੁੱਲਦਾ ਮੈਂ ਨਹੀਂ, ਤੁਸੀਂ ਬਜ਼ੁਰਗ ਹੋ ਗਏ ਹੋ, ਜਿਹੜਾ ਬਚਨ ਕਰਦੇ ਹੋ ਤੁਸੀਂ ਆਪ ਹੀ ਭੁੱਲ ਜਾਂਦੇ ਹੋ। ਕਰਤ ਵਿਚਾਰ ਸੋ ਨਿਸ਼ਚੈ ਠਾਨਾ, ਇਨਕੋ ਬਹੁ ਸਰੀਰ ਬਿਰਦਾਨਾ। ਕਵੀ ਜੀ ਕਹਿੰਦਾ ਤੁਸੀਂ ਬੁੱਢੇ ਹੋ ਗਏ ਹੋ। ਇੱਕ ਗੱਲ ਦਾ ਖਿਆਲ ਰੱਖੀ, ਦੁਨੀਆ ਦਾ ਹਰ ਬੰਦਾ ਚਾਹੇ ਉਹ ਸੰਤ ਹੈ ਭਗਤ ਹੈ, ਉਹ ਕੋਈ ਨਾ ਕੋਈ ਅਵੱਗਿਆ ਕਰ ਸਕਦਾ ਹੈ। ਸਿਰਫ ਦੋ ਹਸਤੀਆਂ ਐਸੀਆਂ ਨੇ, ਇੱਕ ਅਕਾਲ ਪੁਰਖ ਤੇ ਦੂਜਾ ਦਸੋ ਪਾਤਸ਼ਾਹੀਆਂ ਉਹਦੇ ਸਰਗੁਣ ਸਰੂਪ ਸਤਿਗੁਰੂ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ, ਜਿਹੜੇ ਕਦੇ ਵੀ ਨਹੀਂ ਭੁੱਲਦੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਐਂਡ ਦਾ ਕ੍ਰੀਏਟਰ ਇਜ਼ ਇਨਫੋਲੇਬਲ। ਕਹਿੰਦੇ ਉਹ ਕਦੇ ਗਲਤੀ ਨਹੀਂ ਕਰਦੇ, ਬਾਕੀ ਸਾਰੇ ਭੁੱਲਦੇ ਹਾਂ ਆਪਾਂ, ਸਭ ਗਲਤੀਆਂ ਕਰਦੇ ਹਾਂ। ਗਲਤੀਆਂ ਦਾ ਸਾਰੇ ਹੀ ਪੁਤਲੇ ਨੇ, ਕੋਈ ਬਹੁਤੀਆਂ ਕਰਦੇ ਕੋਈ ਥੋੜੀਆਂ ਕਰਦੇ ਨੇ। ਜਿਹੜਾ ਸਭ ਨੂੰ ਸੁਰਤੀ ਬਿਰਤੀ ਬਖਸ਼ਦਾ ਹੈ, ਕਹਿੰਦੇ ਉਹ ਭੁੱਲ ਗਿਆ ਹੋਵੇਗਾ। ਮਹਾਰਾਜ ਨਾ ਹੁਣ ਗੰਭੀਰ ਹੋ ਗਏ, ਇਨਕਾਰੀ ਹੋ ਗਿਆ ਭਾਈ ਰਾਮਾ, ਥੜਾ ਨਾ ਟਾਇਆ। ਬਾਬਾ ਜੇਠਾ ਜੀ ਵੱਲ ਪਾਤਸ਼ਾਹ ਵਧੇ। ਜਿਮ ਕਹਿ ਗਏ ਬਨੀ ਤਿਮ ਨਾਹੀ, ਸ਼ਰਮ ਬਾਦ ਕੀਨਸ ਨਹਿ ਆਈ। ਭਾਈ ਜੇਠਾ ਜੀ ਫਜ਼ੂਲ ਮਿਹਨਤ ਕੀਤੀ, ਜਿੱਦਾਂ ਦਾ ਥੜਾ ਲੋਚਦੇ ਸੀ ਤੁਸੀਂ ਨਹੀਂ ਬਣਾ ਸਕੇ, ਇਹਨੂੰ ਢਾਹ ਕੇ ਨਵਾਂ ਉਸਾਰੋ। ਸੂਰਜ ਪ੍ਰਕਾਸ਼ ਦੇ ਬੋਲ ਨੇ। ਕਵੀ ਸੰਤੋਖ ਸਿੰਘ ਕਹਿੰਦੇ ਬਾਬਾ ਜੇਠਾ ਗਲ ਵਿੱਚ ਪੱਲਾ ਪਾ ਕੇ ਚਰਨਾਂ ਵਿੱਚ ਝੁਕ ਗਿਆ। ਕਹਿੰਦਾ ਹਉ ਅਜਾਨ ਨਿਤ ਭੂਲਨ ਹਾਰੋ, ਤੁਮ ਕਿਰਪਾਲ ਨਿਜ ਬਿਰਦ ਸੰਭਾਰੋ।
बारंबार बख्शत है मोही, अपराधी अर मूर्ख को ही। ऐ गुरु अमरदास, ਇਹ ਤੁਸੀਂ ਵਾਰ-ਵਾਰ ਮੈਨੂੰ ਸਮਝਾਉਂਦੇ ਹੋ ਤੇ ਮੈਂ ਵਾਰ-ਵਾਰ ਗਲਤੀ ਕਰਦਾ। ਕੈਸਾ ਬਖਸ਼ਿੰਦ ਬਿਰਦ ਹੈ ਤੁਹਾਡਾ, ਜਿੰਨੀ ਵਾਰ ਵੀ ਮੈਂ ਗਲਤੀ ਕੀਤੀ ਹੈ ਤੁਸੀਂ ਗਿਲਾ ਨਹੀਂ ਕੀਤਾ, ਮੈਨੂੰ ਸਮਝਾਉਂਦੇ ਹੀ ਹੋ ਪ੍ਰੇਮ ਨਾਲ। ਪਰ ਅਸਲ ਗੱਲ ਇਹ ਹੈ ਵੀ ਮੈਂ ਮੂਰਖ ਹਾਂ। ਤੁਸੀਂ ਜੈਸਾ ਲੋਚਦੇ ਹੋ ਥੜਾ ਉਹ ਮੈਂ ਨਹੀਂ ਬਣਾ ਸਕਦਾ, ਮੈਂ ਭੁੱਲਣ ਹਾਰ ਹਾਂ। ਤੁਸੀਂ ਸਿਰ ਤੇ ਹੱਥ ਰੱਖ ਕੇ ਜਿੱਦਾਂ ਦਾ ਥੜਾ ਚਾਹੁੰਦੇ ਹੋ ਆਪੇ ਹੀ ਬਣਾ ਲਵੋ, ਮੇਰੇ ਰਾਹੀਂ ਤੁਸੀਂ ਕਿਰਪਾ ਕਰਕੇ ਬਣਵਾ ਲਵੋ। ਮੇਰੀ ਮੱਤ ਉਨੀ ਉੱਚੀ ਨਹੀਂ, ਤੁਹਾਡੇ ਵਰਗੀ ਮੇਰੀ ਉਡਾਰੀ ਨਹੀਂ। ਇੰਨਾ ਕਹਿ ਕੇ ਥੜਾ ਢਾਉਣ ਲੱਗੇ ਤੇ ਗੁਰੂ ਅਮਰਦਾਸ ਨੇ ਗੁੱਟੋਂ ਫੜ ਕੇ ਸੀਨੇ ਨਾਲ ਲਾ ਲਿਆ ਤੇ ਗਲੂਏ ਮੁਬਾਰਕ ਚੋਂ ਬੋਲ ਕਹੇ ਸਨ ਰੀਝ ਕੇ, ਕਹਿੰਦੇ ਬਾਬਾ ਜੇਠਾ ਜੀ ਥੜਾ ਤੇ ਤੁਸੀਂ ਬਣਾਇਆ ਹੈ ਠੀਕ, ਪਰ ਮੈਂ ਇਸ ਮਿੱਟੀ ਦੇ ਥੜੇ ਤੇ ਨਹੀਂ ਬੈਠਣਾ। ਅਸੀਂ ਤਾਂ ਤੁਹਾਡੇ ਹਿਰਦੇ ਵਿੱਚ ਜੋ ਪ੍ਰੇਮ ਦਾ, ਭਾਵਨਾ ਦਾ, ਸ਼ਰਧਾ ਦਾ ਥੜਾ ਹੈ ਨਾ, ਜੋ ਬਣ ਕੇ ਤਿਆਰ ਹੋ ਚੁੱਕਿਆ ਹੈ, ਅਸੀਂ ਤੇ ਤੁਹਾਡੇ ਹਿਰਦੇ ਵਿੱਚ ਵਾਸਾ ਕਰਨਾ ਹੈ। ਅੱਜ ਤੋਂ ਗੁਰੂ ਅਮਰਦਾਸ ਬਾਬੇ ਜੇਠੇ ਦੇ ਜ਼ਿਹਨ ਵਿੱਚ ਅੰਤਸ਼ਕਰਣ ਵਿੱਚ ਪੱਕਾ ਚੌਂਕੜਾ ਲਾ ਕੇ ਬਹਿ ਗਿਆ, ਤੁਹਾਡੇ ਅੰਦਰ ਮੈਂ ਟਿਕਣਾ ਹੈ। ਖੇੜੇ ਵਿੱਚ ਆਏ ਗੁਰੂ ਅਮਰਦਾਸ, ਸੀਨੇ ਨਾਲ ਲਾਇਆ ਬਾਬੇ ਜੇਠੇ ਨੂੰ। ਗੁਰੂ ਨਾਨਕ ਦੇ ਤਖਤ ਦਾ ਚੌਥਾ ਵਾਰ ਸਥਾਪ ਕੇ ਬਣਾ ਦਿੱਤਾ। ਧੰਨ ਧੰਨ ਰਾਮਦਾਸ ਗੁਰ, ਗੁਰੂ ਰਾਮਦਾਸ ਪਾਤਸ਼ਾਹ। ਇੱਕ ਸ਼ਾਇਰ ਕਹਿੰਦਾ ਹੈ, ਦਿਲ ਵੀ ਝੁਕਣਾ ਚਾਹੀਏ ਸਜਦੇ में सर के साथ, दिल कहीं सर कहीं ये बंदगी अच्छी नहीं। ਜੇ ਝੁਕਣਾ ਹੈ ਨਾ ਸੇਵਾ ਸਿਮਰਨ ਭਜਨ ਵਿੱਚ ਗੁਰੂ ਦੇ ਅੱਗੇ, ਸਰੀਰ ਦੇ ਨਾਲ ਨਾਲ ਮਨ ਵੀ ਝੁਕਾਇਆ ਕਰ। ਬੱਧੋ ਰੁੱਦੀ ਦੀ ਸੇਵਾ ਨਾ ਕਰ, ਵਿਖਾਵੇ ਦੀ ਸੇਵਾ ਨਾ ਕਰ ਜਿਵੇਂ ਦੀ ਬਾਬੇ ਰਾਮੇ ਨੇ ਕੀਤੀ ਹੈ। ਕਹਿੰਦੇ ਸਿਰ ਝੁਕ ਗਿਆ ਮਨ ਝੁਕਿਆ ਹੀ ਨਾ, ਕਹਿੰਦੇ ਇਹ ਬੰਦਗੀ ਕੋਈ ਬਹੁਤੀ ਪ੍ਰਵਾਨ ਨਹੀਂ ਚੜਦੀ। ਜਬ ਅੰਤਰ ਪ੍ਰੀਤ ਹਰ ਸਿਉ ਮਨ ਆਈ, ਤਬ ਜੋ ਕਿਛ ਕਰੈ ਸੋ ਮੇਰੇ ਹਰ ਪ੍ਰਭ ਭਾਈ। ਜਦੋਂ ਅੰਦਰ ਪ੍ਰੀਤੀ ਹੋਵੇ ਫਿਰ ਹਰ ਕਰਮ ਹੀ ਤੇਰਾ ਸਫਲਾ ਹੋ ਜਾਂਦਾ ਹੈ। ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨਾ। ਜਿਹੜੇ ਹੁਕਮ ਵਿੱਚ ਚੱਲਦੇ ਨੇ ਉਹੀ ਗੁਰੂ ਦੇ ਦਰ ਤੇ ਪ੍ਰਵਾਨ ਹੁੰਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਨੇ 1631 ਬਿਕਰਮੀ ਭਾਦਰੋਂ ਸੁਦੀ ਤਰੋਦਸੀ ਨੂੰ ਗੁਰੂ ਨਾਨਕ ਦਾ ਤਖਤ ਸੌਂਪ ਦਿੱਤਾ ਗੁਰੂ ਰਾਮਦਾਸ ਨੂੰ। ਅਗੰਮੀ ਜੋਤ ਗੁਰੂ ਰਾਮਦਾਸ ਅੰਦਰ ਟਿਕਾ ਦਿੱਤੀ ਔਰ ਪੂਰੀ ਛਾਣਬੀਣ ਕਰਕੇ ਪ੍ਰੀਖਿਆ ਲੈ ਕੇ ਤਖਤ ਦਿੱਤਾ ਹੈ। ਬਾਣੀ 'ਚ ਸਾਫ਼ ਲਿਖਿਆ ਹੈ, ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪ੍ਰਤੱਖ ਹੁੰਦੇ ਬਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਆਪਣੇ ਜਿਉਂਦਿਆਂ ਜੀ ਗੁਰੂ ਰਾਮਦਾਸ ਨੂੰ ਤਖਤ ਤੇ ਨਿਵਾਜ ਕੇ ਸਭ ਪਰਿਵਾਰ ਰਿਸ਼ਤੇਦਾਰ ਸੇਵਕਾਂ ਨੂੰ ਗੁਰੂ ਰਾਮਦਾਸ ਦੇ ਚਰਨੀ ਪਾ ਦਿੱਤਾ। ਰਾਜ ਜੋਗ ਤਖਤ ਦੀਨ ਗੁਰ ਰਾਮਦਾਸ, ਰਾਜੇ ਜੋਗੀ ਬਣਾ ਦਿੱਤਾ ਗੁਰੂ ਰਾਮਦਾਸ ਨੂੰ। ਬਾਣੀ ਦੇ ਇਹ ਪਾਵਨ ਬੋਲ ਨੇ। ਗੁਰੂ ਰਾਮਦਾਸ ਪਤਾ ਕੌਣ ਹੈ? ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਅਕਾਲ ਪੁਰਖ ਨੇ ਇੱਕ ਸਰੀਰ ਤਿਆਰ ਕੀਤਾ, ਬੜਾ ਧਿਆਨ ਨਾਲ ਉਹਨੂੰ ਸ਼ਿੰਗਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ। ਸਿਰਜਣਹਾਰ ਕੌਣ ਹੈ? ਪਰਮਾਤਮਾ। ਕਹਿੰਦੇ ਉਹ ਸਾਰੀ ਲੋਕਾਈ ਵਿੱਚ ਜੋਤ ਬਣ ਕੇ ਸਮਾਇਆ ਹੈ ਸਭ ਸਰੀਰਾਂ ਵਿੱਚ, ਪਰ ਇਸ ਖਾਸ ਸਰੀਰ ਵਿੱਚ ਉਹ ਆਪਣੀ ਸਾਰੀ ਕਰਾਮਾਤ, ਪੂਰੀ ਕਰਾਮਾਤ ਲੈ ਕੇ ਟਿਕ ਗਿਆ। ਜਿਹੜੇ ਮੂਰਖ ਕਹਿ ਦਿੰਦੇ ਨਾ ਗੁਰੂ ਘਰ ਕਰਾਮਾਤ ਨਹੀਂ ਹੈ, ਉਹ ਇਹ ਪੰਕਤੀਆਂ ਫਿਰ ਧਿਆਨ ਨਾਲ ਸੁਣਿਓ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ। ਗੁਰੂ ਰਾਮਦਾਸ ਇਜ਼ supreme Lord with all the spiritual miraculous powers
ਇੰਗਲਿਸ਼ ਦੇ ਟੀਕਾਕਾਰ ਕਹਿੰਦੇ ਨੇ ਗੁਰੂ ਰਾਮਦਾਸ ਪੂਰੀਆਂ ਕਰਾਮਾਤਾਂ ਦੇ ਸਹਿਤ ਹੈ। ਇਹ ਪਤਾ ਨਹੀਂ ਇਹਨਾਂ ਪੜ੍ਹ ਕਿੱਥੋਂ ਲਿਆ ਗੁਰੂ ਗ੍ਰੰਥ ਸਾਹਿਬ ਵਿੱਚ ਅਖੇ ਜੀ ਸਿੱਖੀ ਵਿੱਚ ਗੁਰੂਆਂ 'ਚ ਕਰਾਮਾਤ ਨਹੀਂ ਹੁੰਦੀ। ਇਹ ਮੂਰਖਾਂ ਦਾ ਟੋਲਾ ਹੈ, ਕੋਈ ਗਿਆਨੀ ਬੰਦਾ ਇਹੋ ਜਿਹੀ ਭੱਦੀ ਗੱਲ ਨਹੀਂ ਕਰਦਾ। ਗੁਰੂ ਸਮਰੱਥ ਹੈ, ਗੁਰੂ ਨਿਰੰਕਾਰ ਹੈ, ਗੁਰੂ ਉੱਚਿਓਂ ਉੱਚੀ ਬੁਲੰਦ ਹਸਤੀ ਹੈ। ਜੇ ਕਰਾਮਾਤਾਂ ਨੇ ਤੇ ਫਿਰ ਹੀ ਲੱਖਾਂ ਭਿਖਾਰੀ ਹਰਿਮੰਦਰ ਸਾਹਿਬ ਉਹਦੇ ਦਰ ਤੇ ਨੱਕ ਰਗੜਦੇ ਨੇ, ਝੋਲੀਆਂ ਭਰਦਾ ਹੈ ਤੇ ਵਾਪਸ ਫਿਰ ਚੱਲ ਕੇ ਆਉਂਦੇ ਨੇ। ਦੱਦਾ ਦਾਤਾ ਇਹ ਕਹੈ ਸਭ ਕੋ ਦੇਵਨ ਹਾਰ, ਦੇਂਦਿਆਂ ਟੋਟ ਨਾ ਆਵਈ ਅਗੰਤ ਭਰੇ ਭੰਡਾਰ। ਇਹ ਕਿੱਦਾਂ ਦਾ ਕਾਕਾ ਜੰਮ ਪਿਆ ਜਿਹੜਾ ਆਖੇ ਵੀ ਮੇਰੇ ਪਿਓ ਦੇ ਪੱਲੇ ਕੁਝ ਨਹੀਂ ਹੈ। ਜਿਹੜੇ ਲਾਇਕ ਨੇ ਨਾ ਉਹ ਆਪਣੇ ਪਿਓ ਦੀ ਅਜ਼ਮਤ ਨੂੰ ਵੱਧ ਕੇ ਵਡਿਆਉਂਦੇ ਨੇ। ਜਿਹੜੇ ਨਲਾਇਕ ਨੇ ਉਹੀ ਕਹਿ ਸਕਦੇ ਨੇ ਵੀ ਸਾਡੇ ਗੁਰੂ ਦੇ ਪੱਲੇ ਕੁਝ ਨਹੀਂ ਹੈ। ਤੇ ਸਾਡੀ ਮੁਸ਼ਕਲ ਇਹ ਬਣੀ ਹੋਈ ਹੈ ਵੀ ਕਈ ਐਸੇ ਲੋਕ ਨੇ ਪ੍ਰਬੰਧਕ ਜਿਹੜੇ ਐਸੇ ਕੁਤਰਕੀਆਂ ਨੂੰ, ਗੁਰੂ ਦੀ ਸਮਰੱਥਾ ਨੂੰ ਘੱਟ ਕਰਕੇ ਵਿਖਾਉਣ ਵਾਲਿਆਂ ਨੂੰ ਵੀ ਸਟੇਜਾਂ ਤੇ ਬਹਾ ਕੇ ਕਥਾ ਕਰਵਾ ਕੇ ਸਰੋਪੇ ਪਾਈ ਜਾਣਗੇ। ਉਨੇ ਹੀ ਦੋਸ਼ੀ ਉਹ ਬੁਲਾਰੇ ਨੇ ਔਰ ਉਹਨਾਂ ਨਾਲੋਂ ਵੱਧ ਕੇ ਦੋਸ਼ੀ ਉਹ ਪ੍ਰਬੰਧਕ ਨੇ ਜਿਹੜੇ ਗੁਰੂ ਪ੍ਰਤੀ ਭਾਵਨਾ ਘਟਾਉਣ ਵਾਲੇ ਪ੍ਰਚਾਰਕਾਂ ਨੂੰ ਸਟੇਜਾਂ ਦਿੰਦੇ ਨੇ। ਇਹ ਮੱਸੇ ਰੰਗੜ ਵਾਲੀ ਕਰਨੀ ਹੈ ਤੇ ਇਹਦੀ ਸਜ਼ਾ ਵੀ ਮੱਸੇ ਰੰਗੜ ਵਾਲੀ ਦਰਗਾਹ ਵਿੱਚ ਮਿਲਦੀ ਹੈ। ਇਹ ਸਟੇਜ ਮਿਲੀ ਆ ਗੁਰੂ ਨਾਨਕ ਦੇ ਦਰ ਦੇ ਗੀਤ ਗਾਉਣ ਲਈ, ਗੁਰੂ ਨਾਨਕ ਦੀ ਵਡਿਆਈ ਨੂੰ ਵੱਧ ਕੇ ਵਡਿਆਉਣ ਲਈ। ਜੇ ਨਹੀਂ ਗਾ ਸਕਦਾ ਤੇ ਕਿਧਰੇ ਹੋਰ ਚਲਿਆ ਜਾ। ਇਸ ਦਰ ਤੇ ਗੁਰੂ ਰਾਮਦਾਸ ਦੀ ਮਹਿਮਾ ਅਪਰਮ ਅਪਾਰ ਹੈ ਔਰ ਗੁਰੂ ਕੋਈ ਆਮ ਇਨਸਾਨ ਨਹੀਂ ਹੈ। ਪੂਰੀ ਕਰਾਮਾਤ ਦੇ ਸਹਿਤ ਪਰਮੇਸ਼ਵਰ ਆਪ ਗੁਰੂ ਰਾਮਦਾਸ ਬਣ ਕੇ ਪ੍ਰਗਟ ਹੋਏ। ਮੈਂ ਨਹੀਂ ਕਹਿੰਦਾ, ਬਾਣੀ ਨੂੰ ਪੁੱਛੋ ਵੀ ਗੁਰੂ ਰਾਮਦਾਸ ਨੂੰ ਲੋਕਾਂ ਕਿਵੇਂ ਮੰਨਿਆ। ਕਹਿੰਦੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖ ਸੰਗਤਾਂ ਨੇ ਪਾਰ ਬ੍ਰਹਮ ਕਹਿ ਕੇ ਗੁਰੂ ਰਾਮਦਾਸ ਨੂੰ ਨਮਸਕਾਰਾਂ ਕੀਤੀਆਂ। ਤੇ ਜਿਹੜਾ ਫਿਰ ਇਸ ਭਾਵਨਾ ਨਾਲ ਗੁਰੂ ਰਾਮਦਾਸ ਦੇ ਗੀਤ ਗਾਵੇਗਾ, ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ ਰੋਗਾਂ ਸੋਗਾਂ ਤੋਂ, 84 ਲੱਖ ਜੂਨਾਂ ਤੋਂ ਉਹਨਾਂ ਨੂੰ ਗੁਰੂ ਰਾਮਦਾਸ ਪਾਰ ਲੈ ਗਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਕਾਰਿਆ। ਨਾਨਕ ਤੂੰ ਲੈਣਾ ਤੂੰ, ਗੁਰ ਅਮਰ ਤੂੰ ਵਿਚਾਰਿਆ। ਤੂੰ ਹੀ ਗੁਰੂ ਨਾਨਕ ਸੀ, ਤੂੰ ਹੀ ਗੁਰੂ ਅੰਗਦ ਹੈ, ਤੂੰ ਹੀ ਗੁਰੂ ਅਮਰਦਾਸ ਹੈ, ਤੂੰ ਹੀ ਗੁਰੂ ਰਾਮਦਾਸ ਹੈ। ਗੁਰ ਡਿਠਾ ਤਾ ਮਨ ਸਾਧਾਰਿਆ। ਗੁਰੂ ਪਰਮੇਸ਼ਵਰ ਦਾ ਸਰੂਪ ਨੇ। ਉਹਦਾ ਕਿਹੜਾ ਪਾਵਨ ਸਥਾਨ ਹੈ? ਗੁਰੂ ਕਾ ਚੱਕ ਅੰਮ੍ਰਿਤਸਰ ਰਾਮਦਾਸਪੁਰ ਗੁਰਾਂ ਨੇ ਵਸਾਇਆ। ਜਿਵੇਂ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਨੂੰ ਮੁੜ ਸਿੱਖੀ ਦਾ ਕੇਂਦਰ ਸੁਰਜੀਤ ਕੀਤਾ, ਜਿਵੇਂ ਗੁਰੂ ਅੰਗਦ ਸਾਹਿਬ ਦੇ ਹੁਕਮ ਵਿੱਚ ਗੁਰੂ ਰਾਮਦਾਸ ਨੇ ਗੋਇੰਦਵਾਲ ਵਸਾਇਆ, ਤਿਵੇਂ ਗੁਰੂ ਅਮਰਦਾਸ ਦੇ ਹੁਕਮ ਵਿੱਚ ਗੁਰੂ ਕਾ ਚੱਕ ਗੁਰੂ ਰਾਮਦਾਸ ਨੇ ਵਸਾਇਆ। ਜੋ ਗੁਰੂ ਅਰਜਨ ਸਾਹਿਬ ਨੇ ਨਾਮ ਬਦਲ ਕੇ ਰਾਮਦਾਸਪੁਰ ਕੀਤਾ ਤੇ ਫਿਰ ਗੁਰੂ ਕੇ ਬਣੇ ਅੰਮ੍ਰਿਤ ਸਰੋਵਰ ਤੋਂ ਨਾਮ ਅੰਮ੍ਰਿਤਸਰ ਹੋ ਗਿਆ। ਉਹ ਸਥਾਨ ਹੈ ਡਿਠੈ ਸਭੈ ਥਾਵ ਨਹੀਂ ਤੁਧ, ਜਿਹਿਆ ਬੱਧੋ ਪੁਰਖ ਵਿਧਾਤੇ ਤਾਤੂ ਸੋਹਿਆ। ਮਹਾਰਾਜ ਕਹਿੰਦੇ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ, ਨਾਨਕ ਕਸਮਲ ਜਾਹੇ ਨਾਈਐ ਰਾਮਦਾਸ ਸਰ। ਅਕਾਲ ਪੁਰਖ ਨੇ ਗੁਰੂ ਅਰਜਨ ਗੁਰੂ ਰਾਮਦਾਸ ਦੇ ਰੂਪ ਵਿੱਚ ਆਪ ਹਰਿਮੰਦਰ ਸਾਹਿਬ ਵਸਾਇਆ ਹੈ। ਸਾਰੇ ਗੁਰਧਾਮਾਂ ਦਾ ਅਦਬ ਹੈ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਪਰ ਇਹ ਕਿਉਂ ਕਿਹਾ ਹੈ ਵੀ ਹਰਿਮੰਦਰ ਸਾਹਿਬ ਵਰਗਾ ਕੋਈ ਦੂਜਾ ਨਹੀਂ? ਕਿਉਂਕਿ ਸਾਰੇ ਗੁਰਧਾਮ ਜਾਂ ਸਾਧੂਆਂ ਸੰਤਾਂ ਜਾਂ ਸੰਗਤਾਂ ਨੇ ਬਣਾਏ ਨੇ। ਹਰਿਮੰਦਰ ਸਾਹਿਬ ਖੁਦਾ ਨੇ ਗੁਰੂ ਅਰਜਨ ਬਣ ਕੇ ਆਪ ਬਣਾਇਆ। ਗੁਰ ਅਰਜਨ ਪ੍ਰਤੱਖ ਹਰ, ਉਹਦੀ ਮਹਿਮਾ ਤਾਂ ਜ਼ਿਆਦੀ ਹੈ। ਜਿਹੜਾ ਉੱਥੇ ਜਾਵੇਗਾ ਮਹਾਰਾਜ ਕਹਿੰਦੇ ਉਹਦੇ ਰੋਗ, ਉਹਦੇ ਸੋਗ, ਡਿਪਰੈਸ਼ਨ, ਚਿੰਤਾਵਾਂ ਮਿਟ ਜਾਣਗੇ। ਐਸੇ ਮੇਰੇ ਗੁਰੂ ਰਾਮਦਾਸ ਦਾ ਤਖਤ ਹੈ, ਐਸਾ ਉਹਨਾਂ ਦਾ ਪਾਵਨ ਹਰਿਮੰਦਰ ਸਾਹਿਬ ਹੈ। ਇੱਕ ਬਾਣੀ ਦਾ ਬੋਲ ਹੈ, ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ।
ਤੈ ਹਰ ਪਰਮ ਪਦ ਪਾਇਓ। ਆਇਆ ਗੁਰੂ ਰਾਮਦਾਸ ਪਰਮ ਪਦਵੀ ਦੇ ਮਾਲਕ ਕੋ। ਤੁਹਾਡੀ ਜੈ ਜੈਕਾਰ ਹੈ। ਜਿਹੜਾ ਤੁਹਾਡੀ ਸ਼ਰਨ ਆਵੇਗਾ ਉਹਦੀਆਂ ਝੋਲੀਆਂ ਸਦਾ ਹੀ ਭਰੀਆਂ, ਉਹਦੀ 84 ਕੱਟੀ ਜਾਵੇਗੀ, ਦੁੱਖ ਮਿਟਣਗੇ। ਹੁਣ ਥੋੜਾ ਜਿਹਾ ਬਚਪਨ ਵੱਲ ਝਾਤ ਮਾਰਿਓ। ਇਹ ਉਹੀ ਬਾਬਾ ਜੇਠਾ ਹੈ ਜਿਹੜਾ ਲਾਹੌਰ ਦੀ ਚੂਨਾ ਮੰਡੀ ਵਿੱਚ ਨੰਗੇ ਪੈਰੀਂ ਫਿਰਦਾ ਸੀ, ਜਿਹਨੂੰ ਲੋਕ ਯਤੀਮ ਕਹਿੰਦੇ ਸੀ। ਕਹਿੰਦੇ ਸੀ ਇਹਦੀ ਓਟ ਕੋਈ ਨਹੀਂ, ਇਹਦਾ ਆਸਰਾ ਕੋਈ ਨਹੀਂ, ਇਹ ਯਤੀਮ ਹੈ। ਤੇ ਜਾਓ ਅੱਜ ਹਰਿਮੰਦਰ ਸਾਹਿਬ ਜਾ ਕੇ ਵੇਖੋ, ਉਸੇ ਬਾਬੇ ਜੇਠੇ ਦੇ ਦਰ ਉੱਤੇ ਲੱਖਾਂ ਯਤੀਮਾਂ ਨੂੰ ਆਸਰਾ ਮਿਲਦਾ ਹੈ, ਛੱਤ ਮਿਲਦੀ ਹੈ। ਇਹ ਉਹੀ ਬਾਬਾ ਜੇਠਾ ਹੈ। ਕਹਿੰਦੇ ਸੀ ਨੰਗੇ ਪੈਰੀਂ ਤੁਰਿਆ ਫਿਰਦਾ ਹੈ, ਵਿਚਾਰੇ ਦੇ ਕੋਲ ਜੋੜਾ ਹੈ ਨਹੀਂ। ਅੱਜ ਜਾ ਕੇ ਹਰਿਮੰਦਰ ਸਾਹਿਬ ਵੇਖੋ, ਜਿਸ ਬਾਬੇ ਜੇਠੇ ਦੇ ਕਦਮਾਂ ਤਲੇ ਕੋਈ ਜੋੜਾ ਨਹੀਂ ਸੀ, ਅੱਜ ਲੱਖਾਂ ਦੇ ਗਲੀਚੇ ਵਿਛੇ ਹੋਏ ਨੇ। ਇਹ ਉਹੀ ਬਾਬਾ ਜੇਠਾ ਹੈ। ਕਹਿੰਦੇ ਸੀ ਇਹਦਾ ਘਰ ਹੀ ਹੈ ਨਹੀਂ ਹੈ, ਤਾਲਾ ਲੱਗ ਗਿਆ ਹੈ, ਇਹ ਰਹਿੰਦਾ ਹੈ ਨਾਨੀ ਦੇ ਕੋਲ। ਅੱਜ ਜ਼ਰਾ ਵੇਖੋ, ਜਿਹਦੇ ਕੋਲ ਕਦੇ ਰਹਿਣ ਲਈ ਕੱਖਾਂ ਦੀ ਕੁੱਲੀ ਨਹੀਂ ਸੀ, ਅੱਜ ਸੋਨੇ ਦਾ ਹਰਿਮੰਦਰ ਸਾਹਿਬ ਉਹਦੇ ਦਰ ਤੇ ਬਣਿਆ ਹੋਇਆ ਹੈ। ਲੋਕ ਕਹਿੰਦੇ ਸੀ ਜੇਠਾ ਗਰੀਬ ਹੈ, ਵਿਚਾਰੇ ਦੇ ਕੋਲ ਪਹਿਨਣ ਨੂੰ ਕੱਪੜੇ ਨਹੀਂ। ਅੱਜ ਜਾ ਕੇ ਬਾਬੇ ਜੇਠੇ ਦੇ ਦਰ ਤੇ ਹਰਿਮੰਦਰ ਸਾਹਿਬ ਵੇਖੋ, 2-2, 4-4 ਲੱਖ ਦੇ ਰੁਮਾਲੇ ਰੋਜ਼ ਹੀ ਬਦਲੇ ਜਾਂਦੇ ਨੇ। ਇਹ ਉਹੀ ਬਾਬਾ ਜੇਠਾ ਹੈ ਜਿਹਦੇ ਬਾਬਤ ਲੋਕ ਕਿਹਾ ਕਰਦੇ ਸੀ ਇਹਨੂੰ 8 ਪਹਿਰੀ ਵੀ ਚੰਗੀ ਰੋਟੀ ਨਹੀਂ ਨਸੀਬ ਹੁੰਦੀ। ਅੱਜ ਜਾ ਕੇ ਵੇਖੋ, 1.5 ਤੋਂ 2 ਲੱਖ ਬੰਦਾ ਹਰਿਮੰਦਰ ਸਾਹਿਬ 36 ਪ੍ਰਕਾਰ ਦੇ ਭੋਜਨ ਛਕਦਾ ਹੈ। ਲੱਖਾਂ ਲੋਕ ਉਹਦੇ ਦਰ ਤੋਂ ਢਿੱਡ ਭਰਦੇ ਨੇ। ਕਈ ਕਹਿੰਦੇ ਸੀ ਗਰੀਬੜਾ ਏ, ਇਹਦਾ ਵਿਆਹ ਨਹੀਂ ਹੋਣਾ। ਸਿੱਖਾ ਅੱਜ ਵੇਖ, ਗੁਰੂ ਰਾਮਦਾਸ ਦੀਆਂ ਉਚਾਰੀਆਂ ਲਾਵਾਂ ਦੇ ਨਾਲ ਕਰੋੜਾਂ ਲੋਕਾਂ ਦੇ ਆਨੰਦ ਕਾਰਜ ਹੋ ਰਹੇ ਨੇ। ਇਹ ਗੁਰੂ ਰਾਮਦਾਸ ਦੀ ਅਜ਼ਮਤ ਹੈ। ਕਹਿੰਦੇ ਸੀ ਬਾਬੇ ਜੇਠੇ ਦਾ ਕੋਈ ਟਿਕਾਣਾ ਹੈ ਨਹੀਂ ਹੈ। ਅੱਜ ਉਹਦਾ ਆਪਣਾ ਵਸਾਇਆ ਰਾਮਦਾਸਪੁਰ, ਗੁਰੂ ਕਾ ਚੱਕ ਅੰਮ੍ਰਿਤਸਰ, ਲੱਖਾਂ ਲੋਕਾਂ ਦਾ ਟਿਕਾਣਾ ਬਣਿਆ ਹੋਇਆ ਹੈ। ਲੋਕ ਕਹਿੰਦੇ ਸੀ ਲਾਹੌਰ ਦੀ ਚੂਨਾ ਮੰਡੀ ਵਿਚਲੇ ਭਾਈ ਹਰਦਾਸ ਦੇ ਘਰ ਨੂੰ, ਬਾਬੇ ਜੇਠੇ ਦੇ ਘਰ ਨੂੰ ਤਾਲਾ ਲੱਗ ਗਿਆ ਹੈ। ਮੈਂ ਸੋਚਦਾ ਹਾਂ ਉਸ ਦਿਨ ਤੋਂ ਹੀ ਬਾਬੇ ਜੇਠੇ ਨੂੰ ਤਾਲੇ ਨਾਲ ਇੰਨੀ ਨਫ਼ਰਤ ਹੋ ਗਈ ਸੀ। ਅੱਜ ਉਹਦੇ ਪਾਵਨ ਦਰ ਸ਼੍ਰੀ ਹਰਿਮੰਦਰ ਸਾਹਿਬ ਨੂੰ, ਘਰ ਨੂੰ ਕਦੇ ਵੀ ਜਿੰਦਾ ਨਹੀਂ ਲੱਗਦਾ। 24 ਘੰਟੇ ਹੀ ਲੋਕਾਂ ਲਈ ਮਨ ਦੀ ਖੁਰਾਕ ਕੀਰਤਨ ਮਿਲਦਾ ਹੈ, ਤਨ ਦੀ ਖੁਰਾਕ ਲੰਗਰ ਵਰਤਦਾ ਹੈ। ਉੱਥੇ ਕੁੰਡਾ ਕਦੇ ਲੱਗਾ ਹੀ ਨਹੀਂ ਹੈ। ਇਹ ਹੈ ਬਾਬੇ ਜੇਠੇ ਦੀ ਅਜ਼ਮਤ, ਇਹ ਹੈ ਗੁਰੂ ਰਾਮਦਾਸ ਦੀ ਤਾਕਤ, ਇਹ ਹੈ ਗੁਰੂ ਨਾਨਕ ਦੇ ਮਹਾਨ ਤਖਤ ਦੀ ਸ਼ੋਭਾ। ਜਿਹੜੇ ਕਹਿੰਦੇ ਸੀ ਨਾ ਬਾਬੇ ਜੇਠੇ ਨੂੰ ਕੋਈ ਪੁੱਛਦਾ ਨਹੀਂ ਹੈ, ਅੱਜ ਵੇਖੋ ਕੁੱਲ ਲੋਕਾਈ ਦੇ ਅੰਦਰ ਉਹਦੇ ਨਾਮ ਦੀ ਜੈ ਜੈਕਾਰ ਹੁੰਦੀ ਹੈ। ਔਰ ਬਾਣੀ ਦੇ ਇਹ ਪਾਵਨ ਬੋਲ ਨੇ, ਤਾਹੇ ਕਹਾ ਪਰਵਾਹ ਕਾਹੂ ਕੀ ਜਾਕੈ, ਬਸੀਸ ਧਰਿਓ ਗੁਰ ਹੱਥ। ਜਿਹਦੇ ਸਿਰ ਤੇ ਗੁਰੂ ਰਾਮਦਾਸ ਦਾ ਹੱਥ ਹੋ ਜਾਵੇ, ਉਹਦਾ ਲੋਕ ਵੀ ਸੌਰਿਆ, ਉਹਦਾ ਪਰਲੋਕ ਵੀ ਸੌਰਿਆ, ਉਹਦੀ ਨਿਰਧਨਤਾ ਗਰੀਬੀ ਵੀ ਕੱਟੀ ਗਈ। ਉਹਨੂੰ ਫਿਰ ਦੁਨੀਆ ਤੇ ਕੋਈ ਚਿੰਤਾ, ਕੋਈ ਪਰਵਾਹ ਕਰਨ ਦੀ ਲੋੜ ਨਾ ਰਹੀ, ਜਿਹੜਾ ਗੁਰੂ ਰਾਮਦਾਸ ਦੀ ਸ਼ਰਨ ਚਲਿਆ ਗਿਆ। ਐਸੀ ਮਹਾਨਤਾ ਹੈ ਗੁਰੂ ਨਾਨਕ ਦੇ ਘਰ ਦੀ। ਇੱਥੇ ਯਤੀਮ ਵੀ ਆ ਜਾਣ ਤੇ ਦੁਨੀਆ ਵਿੱਚ ਤਖਤਾਂ ਦੇ ਵਾਰਸ ਬਣ ਜਾਂਦੇ ਨੇ। ਤੇ ਤੂੰ ਗੁਰੂ ਨਾਨਕ ਦਾ ਦਰ ਛੱਡ ਕੇ ਇੱਧਰ ਉੱਧਰ ਵਿਕਦਾ ਫਿਰੇ, ਟਕਿਆਂ ਪਿੱਛੇ ਝੁਕਦਾ ਫਿਰੇ, ਦੀਨੇ ਸਿੱਖੀ ਨੂੰ ਛੱਡ ਕੇ ਹੋਰ ਦੀਨਾਂ ਵਿੱਚ ਧੱਕੇ ਖਾਵੇਂ, ਖੁਦਾਇਆ ਨੂੰ ਛੱਡ ਕੇ ਤੂੰ ਕ੍ਰਿਤ ਨਾਲ ਜੁੜਿਆ ਫਿਰੇ, ਤੂੰ ਮੂਰਤਾਂ ਅੱਗੇ ਬਵੇਂ, ਤੂੰ ਕਬਰਾਂ ਤੇ ਦੀਵੇ ਬਾਲੇ। ਇਹਦੇ ਨਾਲੋਂ ਇਉਂ ਸਮਝ ਲਾ ਅਭਾਗਾ ਹੋਰ ਕਿਹੜਾ ਹੋ ਸਕਦਾ ਹੈ। ਕਰਤੇ ਨਾਲ ਜੁੜੋ, ਅਕਾਲ ਪੁਰਖ ਨਾਲ ਜੁੜੋ, ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ। ਝੋਲੀਆਂ ਭਰਨ ਵਾਲੇ ਨੇ
ਗੁਰੂ ਰਾਮਦਾਸ ਦੀ ਮਹਿਮਾ ਅਪਰਮ ਅਪਾਰ ਹੈ। ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ, ਆਪ ਸੰਗਤਾਂ ਨੇ ਖਿਮਾ ਕਰ ਦੇਣੀ। ਇਹ 2 ਰੋਜ਼ਾ ਗੁਰਮਤਿ ਸਮਾਗਮ ਆਪ ਸਰਬੱਤ ਸੰਗਤ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਜਨਾਂ ਨੇ ਕਰਵਾਏ ਨੇ। ਦਾਸ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹੈ ਭਾਈ ਜਸਪ੍ਰੀਤ ਸਿੰਘ ਜੀ ਕੋਮਲ, ਜਿਨ੍ਹਾਂ ਨੇ ਬਚਨ ਕੀਤਾ ਸੀ ਇਹਨਾਂ ਸਮਾਗਮਾਂ ਦੇ ਲਈ। ਉਹਨਾਂ ਦਾ ਬਚਨ ਮੰਨ ਕੇ ਔਰ ਸਤਿਕਾਰਯੋਗ ਭਾਈ ਹਰਵਿੰਦਰਪਾਲ ਸਿੰਘ ਜੀ ਲਿਟਲ ਵੀਰ ਜੀ ਹੁਣਾਂ ਦਾ ਵੀ ਇਹ ਬਚਨ ਸੀ। ਆਪ ਸੰਗਤ ਦੇ ਚਰਨ ਪਰਸੇ ਨੇ, ਇਹ ਹਾਜ਼ਰੀ ਪ੍ਰਵਾਨ ਕਰਿਓ। ਗੁਰੂ ਕੀ ਬਾਣੀ ਗੁਰ ਇਤਿਹਾਸ ਆਪਣੇ ਹਿਰਦੇ ਵਿੱਚ ਟਿਕਾਇਓ। ਇਹ ਸੰਸਥਾ ਬੀਬੀ ਕੌਲਾ ਜੀ ਭਲਾਈ ਕੇਂਦਰ ਮਹਾਨ ਉਪਰਾਲੇ ਸਿੱਖ ਜਗਤ ਨੂੰ ਪ੍ਰਫੁੱਲਤ ਕਰਨ ਲਈ ਕਰ ਰਹੀ ਹੈ। ਜਿਵੇਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ, ਗੁਰਬਾਣੀ ਦੇ ਕੰਪੀਟੀਸ਼ਨ ਭਾਈ ਸਾਹਿਬ ਆਪ ਸੰਗਤ ਨੂੰ ਦੱਸ ਕੇ ਹੀ ਗਏ ਨੇ। ਵੱਧ ਚੜ੍ਹ ਕੇ ਆਪਾਂ ਉਹਨਾਂ ਸੰਸਥਾਵਾਂ ਦਾ ਅਦਬ ਸਤਿਕਾਰ ਤੇ ਪੱਖ ਰੱਖੀਏ ਜੋ ਸਿੱਖੀ ਨੂੰ ਪ੍ਰਫੁੱਲਤ ਕਰਦੇ ਨੇ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਜਿਹੜੇ ਗੁਰੂ ਦੇ ਦਰ ਉੱਪਰ ਸਮਾਗਮ ਕਰਵਾ ਕੇ ਇੱਥੇ ਮਨੁੱਖਤਾ ਨੂੰ ਸੋਝੀ ਦੇ ਕੇ ਸਿੱਖੀ ਨਾਲ ਜੋੜਦੇ ਨੇ, ਉਹਨਾਂ ਦਾ ਅਦਬ ਸਤਿਕਾਰ ਕਰੋ। ਉਹਨਾਂ ਮਹਾਂਪੁਰਸ਼ਾਂ ਦਾ ਅਦਬ ਕਰੋ ਜੋ ਗੁਰੂ ਨਾਨਕ ਨਾਲ ਜੋੜਦੇ ਨੇ, ਜੋ ਆਪਣੇ ਆਪ ਨੂੰ ਗੁਰੂ ਅਖਵਾਉਣ। ਉਹਨਾਂ ਤੋਂ ਅਸੀਂ ਹਟ ਕੇ ਰਹਿਣਾ ਹੈ। ਸਾਡਾ ਗੁਰੂ ਕੌਣ ਹੈ? ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਸਤਿਗੁਰ ਜਾਗਤਾ ਹੈ ਦਿਓ। ਗੁਰੂ ਪਰਮੇਸ਼ਰ ਦੇ ਅੱਗੇ ਝੁਕਣਾ ਹੈ। ਖੱਡੇ ਦੀ ਪੌੜ ਛਕੋ, ਗੁਰੂ ਵਾਲੇ ਬਣੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।